ਪਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ ਮਾੜਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਪੁਰੀਆ ਚੂਹੜ ਚੌਧਰੀ ਹੁਤੇ ਗ੍ਰਾਮ ਕੇ ਦੋਏ। ਸ਼੍ਰੀ ਅਰਜਨ ਕੋ ਸੁਜਸ ਸੁਨ ਕਾਂਖੀ ਗਤ ਕੇ ਹੋਏ। ਪੁਰੀਆ ਚੂਹੜ ਚੌਧਰੀ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਦਵਾਜੀ ਸੰਗਤ ਜੀ। ਆਪ ਜੀ ਵੱਡੀਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਬੈਠ ਕੇ ਗੁਰਬਾਣੀ ਜੀ ਦਾ ਮਹਾਨ ਪਵਿੱਤਰ ਕੀਰਤਨ ਆਪ ਜੀ ਨੇ ਸਰਵਣ ਕੀਤਾ। ਕੱਲ੍ਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਸੀ।
ਅੱਜ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਪੁਰਬ ਹੈ। ਉਸ ਸੰਬੰਧ ਵਿੱਚ ਵੀ ਅਸੀਂ ਵਿਚਾਰ ਕਰਾਂਗੇ। ਆਓ ਕੁਝ ਸਮਾਂ ਆਪਣੇ ਮਾਲਕ ਸਤਿਗੁਰੂ ਜੀ ਦੀ ਮਹਾਨ ਪਵਿੱਤਰ ਕਥਾ ਦੇ ਨਾਲ ਜੁੜੀਏ। ਕੋਈ ਰਸਨਾ ਵਾਂਝੀ ਨਾ ਰਹੇ, ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਜੀ ਨੇ ਸਰਵਣ ਕੀਤਾ ਹਜੂਰ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਿਵੇਂ ਸਿੱਖਾਂ ਦੀ ਪੈਜ ਰੱਖਦੇ ਹਨ, ਕਿਵੇਂ ਸਭਨਾਂ ਦੇ ਉੱਤੇ ਮਿਹਰਾਂ ਕਰਦੇ ਹਨ, ਕਿਵੇਂ ਸ਼ਰਨ ਪਿਆਂ ਦੀ ਲਾਜ ਰੱਖਦੇ ਹਨ। ਜ਼ਰੂਰੀ ਨਹੀਂ ਹੈ ਸਾਧ ਸੰਗਤ ਜੀ ਕੋਈ ਇੱਥੇ ਆ ਕੇ ਹੀ ਮਹਾਰਾਜ ਦੀ ਸ਼ਰਨ ਪਿਆ ਹੋਇਆ ਹੈ, ਨਹੀਂ। ਕੋਈ ਗੁਰੂ ਜੀ ਦਾ ਪਿਆਰਾ ਕਿਤੇ ਬੈਠਾ ਮਹਾਰਾਜ ਜੀ ਨੂੰ ਯਾਦ ਕਰਦਾ, ਉਹ ਮਹਾਰਾਜ ਜੀ ਦੀ ਸ਼ਰਨ ਪਿਆ ਹੋਇਆ ਹੀ ਹੈ। ਤੁਸਾਂ ਨੇ ਸਰਵਣ ਕੀਤਾ ਭਾਈ ਤਲੋਕਾ ਦੀ ਬਹੁਤ ਵੱਡੀ ਇੱਜ਼ਤ ਪੱਤ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਰੱਖੀ ਜੀ। ਉਸੇ ਨਾਲ ਹੀ ਮਿਲਦਾ ਜੁਲਦਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਭਾਈ ਸਾਹਿਬ ਭਾਈ ਕਟਾਰੂ ਜੀ ਦਾ ਜੀ। ਭਾਈ ਕਟਾਰੂ ਜੀ ਦੀ ਵੀ ਬਹੁਤ ਵੱਡੀ ਇੱਜ਼ਤ ਪੱਤ ਗੁਰੂ ਅਰਜਨ ਦੇਵ ਜੀ ਨੇ ਰੱਖੀ ਜੀ। ਭਰੋਸੇ ਵਾਲੀ ਗੱਲ ਹੈ, ਤਾਈਓ ਮਹਾਰਾਜ ਸੱਚੇ ਪਾਤਸ਼ਾਹ ਨੇ ਇੰਨਾ ਜ਼ਿਆਦਾ ਉਹਨਾਂ ਗੁਰਸਿੱਖਾਂ ਨੂੰ ਰਹਿਮਤਾਂ ਦੇ ਨਾਲ ਨਿਵਾਜਿਆ ਜੀ। ਕਿਵੇਂ ਭਾਈ ਕਟਾਰੂ ਜੀ ਸਾਧ ਸੰਗਤ ਜੀ ਭੁਲੇਖੇ ਦੇ ਨਾਲ ਹੀ ਘੱਟ ਤੋਲਦੇ ਸਨ। ਕਿਵੇਂ ਇੱਕ ਚੁਗਲ ਨੇ ਚੁਗਲੀ ਕੀਤੀ, ਉਸ ਚੁਗਲੀ ਨੂੰ ਸੁਣ ਕੇ ਸੂਬਾ ਕਾਬਲ ਦਾ ਜਿਹੜਾ ਸੀ ਉਹ ਪ੍ਰਭਾਵਿਤ ਹੋਇਆ। ਭਾਈ ਕਟਾਰੂ ਜੀ ਦੇ ਵੱਟਿਆਂ ਨੂੰ ਤੋਲਣ ਜਦੋਂ ਲੱਗਾ, ਭਾਈ ਕਟਾਰੂ ਜੀ ਨੇ ਸੱਚੇ ਮਨੋਂ ਆਪਣੇ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਜੀ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਇਹ ਜਿਹੜੀਆਂ ਸਾਖੀਆਂ ਨੇ ਨਾ, ਇਹ ਸਾਡੇ ਅੰਦਰ ਭਾਵਨਾ ਪੈਦਾ ਕਰਦੀਆਂ ਨੇ। ਮਨ ਸੱਚਾ ਹੋਵੇ, ਗੁਰੂ ਸਾਹਿਬ ਨਾਲ ਅੰਦਰੋਂ ਪ੍ਰੇਮ ਹੋਵੇ ਤੇ ਕੀ ਨਹੀਂ ਹੋ ਸਕਦਾ ਹੈ ਜੀ। ਮਹਾਰਾਜ ਅੰਮ੍ਰਿਤਸਰ ਵਿੱਚ ਬੈਠੇ ਕਿਵੇਂ ਉਸ ਸਿੱਖ ਦਾ ਜਿਹੜਾ ਭਾਵ ਹੈ, ਉਹਦੀ ਭਾਵਨਾ ਹੈ, ਉਹਦੀ ਅਰਦਾਸ ਹੈ, ਉਹ ਸਰਵਣ ਕਰਦੇ ਆ ਜੀ। ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ, ਬੜੀ ਬਖਸ਼ਿਸ਼ ਕੀਤੀ ਭਾਈ ਕਟਾਰੂ ਜੀ ਉੱਤੇ। ਫਿਰ ਭਾਈ ਕਟਾਰੂ ਜੀ ਦਾ ਭਾਰ ਜਿਹੜਾ ਸੀ ਉਹ ਪੂਰਾ ਕੀਤਾ। ਸਾਰਿਆਂ ਦੇ ਵਿੱਚ ਭਾਈ ਕਟਾਰੂ ਜੀ ਦੀ ਇੱਜ਼ਤ ਵਧੀ। ਸੂਬਾ ਜਿਹੜਾ ਕਾਬਲ ਦਾ ਸੀ ਉਹ ਖੁਸ਼ ਹੋ ਕੇ ਭਾਈ ਕਟਾਰੂ ਨੂੰ ਆਪਣਾ ਖਜ਼ਾਨਚੀ ਲਾਇਆ ਜੀ। ਫਿਰ ਉਹਨੇ ਜੀ ਕਿੰਨੀ ਇੱਜ਼ਤ ਵੱਧ ਗਈ ਜੀ। ਜੇ ਸੱਚੇ ਗੁਰੂ ਦੇ ਕੋਲ ਆ ਕੇ ਬੰਦੇ ਦੀ ਇੱਜ਼ਤ ਨਹੀਂ ਵਧਣੀ ਤੇ ਫਿਰ ਵਧਣੀ ਕਿੱਥੇ ਹੈ ਜੀ। ਕੋਈ ਸਿੱਖ ਹੈ ਪਿਆਰ ਦੇ ਨਾਲ ਗੁਰੂ ਜੀ ਨੂੰ ਯਾਦ ਕਰੇ, ਭਾਵਨਾ ਦੇ ਨਾਲ ਗੁਰੂ ਜੀ ਨੂੰ ਯਾਦ ਕਰੇ, ਗੁਰੂ ਸਾਹਿਬ ਜੀ ਮਿਹਰ ਕਰਦੇ, ਫਿਰ ਉਹਦੀ ਇੱਜ਼ਤ ਵਿੱਚ ਵਾਧਾ ਕਰ ਦਿੰਦੇ ਜੀ। ਇੱਥੇ ਪਾਛੰ ਕਰੋਤ ਅਗਰਣੀ ਵਹਿ ਹੈ, ਨਿਰਾਸੰਗ ਆਸ ਪੂਰਨ ਹੈ। ਇਹ ਦਰ ਉਹ ਹੈਗਾ ਹੈ ਜੀ ਜਿਹੜਾ ਸਭ ਤੋਂ ਪਿੱਛੇ ਰਵੇ, ਗੁਰੂ ਸਾਹਿਬ ਮਹਾਰਾਜ ਜੀ ਦੀ ਸੇਵਾ ਪ੍ਰੇਮ ਨਾਲ ਕਰੇ। ਸਤਿਗੁਰੂ ਜੀ ਉਹਨੂੰ ਸਭਨਾਂ ਦਾ ਆਗੂ ਬਣਾ ਦਿੱਤੇ ਹਨ ਜੀ। ਸਵਾਪ ਜੀ ਨੇ ਸਰਵਣ ਕੀਤਾ, ਮਹਾਰਾਜ ਜੀ ਨੇ ਭਾਈ ਕਟਾਰੂ ਜੀ ਦੀ ਇੱਜ਼ਤ ਰੱਖੀ। ਭਾਈ ਕਟਾਰੂ ਜੀ ਆਪਣੇ ਗੁਰੂ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਅੰਮ੍ਰਿਤਸਰ ਪਹੁੰਚੇ ਜੀ। ਜਦੋਂ ਭਾਈ ਕਟਾਰੂ ਜੀ ਅੰਮ੍ਰਿਤਸਰ ਆਏ, ਮਹਾਰਾਜ ਸੱਚੇ ਪਾਤਸ਼ਾਹ ਭਾਈ ਕਟਾਰੂ ਜੀ ਉੱਤੇ ਬਹੁਤ ਪ੍ਰਸੰਨ ਹੋਏ। ਭਾਈ ਕਟਾਰੂ ਜੀ ਦਾ ਜੀਵਨ ਪ੍ਰਸੰਗ ਸੁਣ ਕੇ ਸੰਗਤਾਂ ਨੂੰ ਪਤਾ ਲੱਗਾ ਗੁਰੂ ਸਾਹਿਬ ਆਪਣੇ ਸਿੱਖਾਂ ਦੇ ਸਦਾ ਅੰਗ ਸੰਗ ਹਨ। ਗੁਰਬਾਣੀ ਦੇ ਵਿੱਚ ਸਾਧ ਸੰਗਤ ਜੀ ਐਵੇਂ ਨਹੀਂ ਮਹਾਰਾਜ ਨੇ ਬਚਨ ਲਿਖੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਜੀ ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ।
ਮਹਾਰਾਜ ਨੇ ਐਵੇਂ ਨਹੀਂ ਲਿਖਿਆ, ਇਹ ਬਚਨਾਂ ਵਿੱਚ ਤਾਕਤ ਹੈਗੀ ਹੈ, ਇਹ ਬਚਨ ਵਰਤਦੇ ਨੇ ਜੀ। ਬੜੇ ਬੜੇ ਵੱਡੇ ਐਕਸੀਡੈਂਟ ਜਿਹੜੇ ਆ ਨਾ ਜੀ, ਉਹ ਸੰਗਤ ਜੀ ਬਿਲਕੁਲ ਸੌਖੇ ਜਿਹੇ ਜਿਹੜੇ ਆ ਬੰਦੇ ਨੂੰ ਐ ਬਚਾ ਮਹਾਰਾਜ ਕਰ ਦਿੰਦੇ ਆ, ਕਿਉਂ? ਮਹਾਰਾਜ ਨਾਲ ਹੁੰਦੇ ਆ ਜੀ। ਸੋ ਹੁਣ ਅਸੀਂ ਅੱਜ ਦਾ ਪ੍ਰਸੰਗ ਸੁਣਨਾ। ਗੁਰੂ ਅਰਜਨ ਦੇਵ ਮਹਾਰਾਜ ਮੇਰੇ ਸਤਿਗੁਰੂ ਜੀ ਅੰਮ੍ਰਿਤਸਰ ਵਿੱਚ ਕੀ ਰਹਿਮਤਾਂ ਕਰ ਰਹੇ ਹਨ, ਬਖਸ਼ਿਸ਼ਾਂ ਕਰ ਰਹੇ ਹਨ, ਕਿਵੇਂ ਕਿਵੇਂ ਪ੍ਰੇਮੀਆਂ ਨੂੰ ਨਿਵਾਜ ਰਹੇ ਨੇ। ਨਾਮ ਦੀਆਂ ਦਾਤਾਂ ਮਹਾਰਾਜ ਆਪਣੇ ਪਿਆਰਿਆਂ ਦੇ ਉੱਤੇ ਬਖਸ਼ਿਸ਼ਾਂ ਕਰ ਰਹੇ ਆ। ਆਓ ਕਥਾ ਵਿੱਚ ਚਿੱਤ ਜੋੜੀਏ। ਸਭ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਪੁਰੀਆ ਚੂਹੜ ਚੌਧਰੀ ਹੁਤੇ ਗ੍ਰਾਮ ਕੇ ਦੋਏ। ਇਹ ਸਾਧ ਸੰਗਤ ਜੀ ਭਾਈ ਪੁਰੀਆ ਜੀ ਤੇ ਭਾਈ ਚੂਹੜ ਜੀ ਦੋ ਗੁਰਸਿੱਖ ਨੇ ਜੀ। ਕਿਵੇਂ ਗੁਰਸਿੱਖ ਬਣੇ ਇਹ ਅੱਗੇ ਪ੍ਰਸੰਗ ਵਿੱਚ ਆਏਗਾ। ਦੋਵੇਂ ਹੀ ਚੌਧਰੀ ਨੇ, ਚੌਧਰੀ ਜੀ, ਭਾਈ ਪੁਰੀਆ ਜੀ ਤੇ ਭਾਈ ਚੂਹੜ ਜੀ। ਹਾਂਜੀ। ਸ਼੍ਰੀ ਅਰਜਨ ਕੋ ਸੁਜਸ ਸੁਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਸ ਸੁਣਿਆ ਇਹਨਾਂ ਨੇ। ਔਨ ਕਰੋ ਮਾਈਕ। ਮਹਾਰਾਜ ਜੀ ਦਾ ਜਸ ਸੁਣਿਆ, ਗੁਰੂ ਜੀ ਦੀ ਵਡਿਆਈ ਸੁਣੀ, ਮਨ ਬੜਾ ਹੀ ਸ਼ਾਂਤ ਹੋਇਆ ਜੀ ਇਹਨਾਂ ਦਾ। ਹਾਂਜੀ। ਕਾਂਖੀ ਗਤ ਕੇ ਹੋਏ। ਇਹਨਾਂ ਨੇ ਮਨ ਵਿੱਚ ਫਿਰ ਗੁਰੂ ਜੀ ਦਾ ਜਸ ਸੁਣ ਕੇ ਫੁਰਨਾ ਬਣਾਇਆ, ਅਸੀਂ ਵੀ ਗੁਰੂ ਅਰਜਨ ਦੇਵ ਜੀ ਦੇ ਕੋਲ ਜਾਈਏ, ਸਾਡੀ ਵੀ ਗਤੀ ਹੋਏਗੀ, ਸਾਡਾ ਵੀ ਭਲਾ ਹੋਏਗਾ, ਸਾਡੀ ਵੀ ਮੁਕਤੀ ਹੋਏਗੀ। ਹਾਂਜੀ। ਚੌਪਈ। ਸ਼ਰਧਾ ਧਰ ਆਏ ਗੁਰਦੁਆਰੇ। ਮਨ ਦੇ ਵਿੱਚ ਗਤੀ ਦੀ ਭਾਵਨਾ ਉਤਪੰਨ ਹੋਈ ਹੈ ਜੀ। ਸ਼ਰਧਾ ਧਾਰ ਕੇ, ਪ੍ਰੇਮ ਧਾਰ ਕੇ ਧੰਨ ਗੁਰੂ ਅਰਜਨ ਦੇਵ ਜੀ ਦੇ ਅੰਮ੍ਰਿਤਸਰ ਵਿੱਚ ਦਰਸ਼ਨ ਕਰਨ ਵਾਸਤੇ ਆਏ ਜੀ। ਕੌਣ ਜੀ? ਭਾਈ ਪੁਰੀਆ ਜੀ ਤੇ ਭਾਈ ਚੂਹੜ ਜੀ। ਹਾਂਜੀ। ਕਰ ਜੋਰੇ ਸ਼ੁਭ ਦਰਸ ਨਿਹਾਰੇ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦੇ ਅੱਗੇ ਹੱਥ ਜੋੜੇ, ਧੰਨ ਗੁਰੂ ਅਰਜਨ ਜੀ ਦੇ ਸ਼ੁਭ ਦਰਸ਼ਨ ਕੀਤੇ, ਜਿਨ੍ਹਾਂ ਦਰਸ਼ਨਾਂ ਨੂੰ ਕਰਕੇ ਮਹਾਰਾਜ ਬਾਣੀ ਵਿੱਚ ਲਿਖਦੇ ਜਨਮਾਂ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਨੇ ਜੀ। ਮਹਾਰਾਜ ਜੀ ਦੇ ਸੋਹਣੇ ਮੁਖਾਰ ਬਿੰਦ ਦੇ ਦੋਵਾਂ ਸਿੱਖਾਂ ਨੇ ਬੜੇ ਪ੍ਰੇਮ ਨਾਲ ਦਰਸ਼ਨ ਕੀਤੇ ਜੀ। ਹਾਂਜੀ। ਪਦ ਅਰਬਿੰਦ ਬੰਦਨਾ ਕਰੀ। ਤੇ ਦਰਸ਼ਨ ਕਰਦਿਆਂ ਸਾਰੀ ਨਾ ਜੀ ਇਹਨਾਂ ਦੇ ਹੱਥ ਹੀ ਜੁੜ ਗਏ ਜੀ। ਐਸੇ ਮਹਾਰਾਜ ਦੇ ਦਰਸ਼ਨ ਜੀ। ਤੇ ਉਸੇ ਵੇਲੇ ਹੀ ਫਿਰ ਕਿਹਾ ਨਹੀਂ ਇਹਨਾਂ ਨੂੰ ਕਿਸੇ ਨੇ, ਪਹਿਲੀ ਵਾਰੀ ਆਏ, ਆਉਂਦਿਆਂ ਹੀ ਮਹਾਰਾਜ ਦੇ ਚਰਨਾਂ 'ਚ ਡਿੱਗ ਗਏ ਜੀ। ਭਾਈ ਪੁਰੀਆ ਜੀ ਤੇ ਭਾਈ ਚੂਹੜ ਜੀ, ਚੇਤਾ ਰੱਖਿਓ ਦੋਵੇਂ ਚੌਧਰੀ ਹੈਗੇ ਆ। ਚੌਧਰੀਆਂ ਦੇ ਮਨ ਵਿੱਚ ਮਾਣ ਆ ਹੀ ਜਾਂਦਾ ਜੀ। ਹਾਂਜੀ। ਚੌਧਰੀ ਹੋ ਕੇ ਵੀ ਕਿੰਨੀ ਨਿਮਰਤਾ ਵਾਲੇ ਨੇ ਜੀ। ਹਾਂਜੀ। ਜਥਾ ਸ਼ਕਤ ਭੇਟ ਸੋ ਟਿਗ ਧਰੀ। ਕਿਸੇ ਨੇ ਨਹੀਂ ਇਹਨਾਂ ਨੂੰ ਕਿਹਾ, ਆਪਣੇ ਮਨ ਵਿੱਚੋਂ ਭਾਵਨਾ ਪੈਦਾ ਹੋਈ, ਧੰਨ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਵਿੱਚ ਭੇਟਾ ਰੱਖੀ ਦੀ ਇਹਨਾਂ ਨੇ ਜੀ। ਹਾਂਜੀ। ਬੈਠੇ ਆਗਿਆ ਪਾਏ ਅਗਾਰੀ। ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਕਹਿਣ ਲੱਗੇ, ਭਾਈ ਪਿਆਰਿਓ ਬੈਠ ਜਾਓ। ਦੋਵੇਂ ਪਿਆਰੇ ਮਹਾਰਾਜ ਜੀ ਦੇ ਹਜ਼ੂਰ ਬੈਠ ਗਏ ਜੀ। ਹਾਂਜੀ। ਹਿਤ ਬੂਜਨ ਅਰਦਾਸ ਉਚਾਰੀ। ਬੈਠ ਗਏ ਤੇ ਫਿਰ ਨਾ ਜੀ ਅਰਦਾਸ ਕਰਨ ਲੱਗੇ ਜੀ ਆਪਣੇ ਜੀ। ਸੁਣਿਓ ਜਰਾ, ਇੰਨੀ ਦਰਸ਼ਨ ਕਰਕੇ ਠੰਡ ਪਈ, ਇਹਨਾਂ ਦੀ ਬੋਲੀ ਵੇਖੋ ਕਿੰਨੀ ਨਿਮਰਤਾ ਵਾਲੀ। ਮੈਨੂੰ ਮਾਫ ਕਰਿਓ, ਸਾਰੀ ਸਾਰੀ ਉਮਰ ਲੰਘ ਜਾਂਦੀ ਚ ਅਰਦਾਸ ਕਰਨਾ, ਬੋਲਣਾ ਹੀ ਨਹੀਂ ਆਉਂਦਾ ਜੀ। ਹਾਂਜੀ। ਸੁਨੋ ਗਰੀਬ ਨਿਵਾਜ ਕਿਰਪਾਲਾ। ਕਿੰਨੀ ਨਿਮਰਤਾ ਦੇ ਨਾਲ ਕਹਿਣ ਲੱਗੇ, ਗਰੀਬ ਨਵਾਜ ਕਿਰਪਾਲੂ ਸੱਚੇ ਪਾਤਸ਼ਾਹ ਮਹਾਰਾਜ ਸਾਡੀ ਅਰਦਾਸ ਸੁਣੋ। ਇੱਕ ਸਿੰਘ ਦਰਬਾਰ ਸਾਹਿਬ ਅੰਮ੍ਰਿਤ ਵੇਲੇ ਸੇਵਾ ਕਰਦਾ, ਮੈਨੂੰ ਪੁੱਛਿਆ ਜੀ ਕਿਵੇਂ ਆ, ਤੇ ਕਹਿੰਦਾ ਮੈਂ ਤੇ ਗੁਰੂ ਰਾਮਦਾਸ ਨੂੰ ਕਹਿ ਦਿੱਤਾ, ਗੁਰੂ ਰਾਮਦਾਸ ਇਹ ਮੇਰਾ ਕੰਮ ਕਰ ਦੇ, ਮੈਂ ਤੇਰਾ ਨਹੀਂ ਹੋਣਾ ਕੰਮ। ਕਹਿੰਦਾ ਕਿਉਂ? ਮੈਂ ਤੈਨੂੰ ਕੂਣ ਦੀ ਅਕਲ ਨਹੀਂ ਹੈਗੀ। ਐਡੇ ਵੱਡੇ ਸੱਚੇ ਪਾਤਸ਼ਾਹ, ਕੋਈ ਜੀ ਨਹੀਂ, ਕੋਈ ਸਤਿਕਾਰ ਨਹੀਂ, ਤੇਰਾ ਕਿੱਥੋਂ ਕੰਮ ਹੋਣਾ? ਤੂੰ ਅਫਸਰ ਹੈ, ਗੁਰੂ ਜੀ ਉੱਤੇ ਲੱਗਾ। ਨਿਮਰਤਾ ਵੇਖੋ ਇਹਨਾਂ ਦੀ ਕਿੰਨੀ।
ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ, ਮਹਾਰਾਜ ਸਾਡੀ ਬੇਨਤੀ ਸੁਣੋ। ਬਿਤਿਓ ਪ੍ਰਤੀਖਤ ਹਮ ਚਿਰਕਾਲਾ। ਬਹੁਤ ਚਿਰ ਦੇ ਮਹਾਰਾਜ ਅਸੀਂ ਉਡੀਕ ਰਹੇ ਸਾਂ ਤੇ ਉਡੀਕਦਿਆਂ ਹੀ ਸਮਾਂ ਲੰਘ ਗਿਆ ਬੜਾ ਜੀ। ਕਈਆਂ ਨਾਲ ਇਸ ਤਰ੍ਹਾਂ ਹੋ ਜਾਂਦਾ ਜੀ। ਹਾਂਜੀ ਆਵਨ ਕੋ ਚਾਹਤ ਚਿਤ ਰਹੇ। ਮਹਾਰਾਜ ਅਸੀਂ ਬੜੇ ਚਿਰ ਦਾ ਤੁਹਾਡੀ ਹਜ਼ੂਰੀ 'ਚ ਆਉਣਾ ਚਾਹੁੰਦੇ ਸਾਂ, ਬੜੀ ਵਾਰੀ ਫੁਰਨਾ ਬਣਾਇਆ ਆਉਣ ਦਾ। ਹਾਂਜੀ ਕਾਰਜ ਅਨਿਕ ਪ੍ਰਕਾਰਨ ਅਹੇ। ਪਰ ਮਹਾਰਾਜ ਕੰਮਕਾਰ ਜਿਹੜੇ ਸੀ ਉਹ ਵਿਘਨ ਬਣ ਜਾਂਦੇ ਸੀਗੇ। ਅਨੇਕ ਤਰ੍ਹਾਂ ਦੇ ਕੰਮ ਜਿਹੜੇ ਆ ਉਹ ਸਾਹਮਣੇ ਆ ਕੇ ਖਲੋ ਜਾਂਦੇ। ਸੰਗਤ ਜੀ ਬਹੁਤ ਮਨੁੱਖ ਇਸ ਤਰ੍ਹਾਂ ਦੇ ਹੁੰਦੇ ਜੀ, ਬੜੇ ਚਿਰ ਦੇ ਫੁਰਨੇ ਬਣਾ ਕੇ ਬੈਠੇ ਹੁੰਦੇ ਵੀ ਦਰਸ਼ਨ ਕਰਨ ਜਾਣਾ, ਪਰ ਜਦੋਂ ਬਣਾਉਂਦੇ ਕੋਈ ਨਾ ਕੋਈ ਕੰਮ ਆ ਜਾਂਦਾ ਜੀ ਅੱਗੇ ਜੀ। ਹਾਂਜੀ ਹਮ ਪਰ ਅਬ ਕਰੁਣਾ ਤੁਮ ਹੋਈ। ਹੁਣ ਮਹਾਰਾਜ ਤੁਹਾਡੀ ਮਿਹਰ ਹੋਈ ਹੈ ਸੱਚੇ ਪਾਤਸ਼ਾਹ, ਹੁਣ ਤੁਹਾਡੀ ਕਿਰਪਾ ਹੋਈ ਹੈ। ਸ਼ਰਨ ਪਰੇ ਸ਼ਰਧਾ ਧਰ ਦੋਈ। ਤੇ ਅਸੀਂ ਮਹਾਰਾਜ ਤੁਹਾਡੀ ਹਜ਼ੂਰੀ 'ਚ ਆਏ ਹਾਂ। ਮਹਾਰਾਜ ਸਾਡਾ ਭਰੋਸਾ ਤੁਹਾਡੇ ਤੇ ਹੈ, ਅਸੀਂ ਅੱਜ ਤੋਂ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ। ਹਾਂਜੀ ਗ੍ਰਾਮ ਚੌਧਰਤਾ ਕਾਰ ਜੋ ਪਾਵੈ। ਹਾਂਜੀ ਤਿਨ ਮੈਂ ਹਮ ਬਹੁ ਝੂਠ ਕਮਾਵੈ। ਬੜੀ ਵਧੀਆ ਗੱਲ ਹੁੰਦੀ ਤੇ ਜਦੋਂ ਕੋਈ ਬੰਦਾ ਆਪਣਾ ਔਗੁਣ ਗੁਰੂ ਨੂੰ ਦੱਸੇ ਜੀ। ਚੇਤਾ ਰੱਖਿਓ ਇੱਥੇ ਗੁਣ ਦੱਸਣ ਵਾਲੇ ਬੜੇ ਹੋਣਗੇ। ਆਪਣੇ ਗੁਣਾਂ ਦੀ ਲੜੀ ਪਰੋ ਲੋਕਾਂ ਨੂੰ ਦੱਸਣਗੇ। ਉਹਨਾਂ ਤੇ ਭਾਵੇਂ ਗੁਰੂ ਦੀ ਖੁਸ਼ੀ ਹੋਵੇ ਜਾਂ ਨਾ ਹੋਵੇ, ਜਿਹੜਾ ਗੁਰੂ ਨੂੰ ਆਖੇ ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਉਹਦੇ ਤੇ ਰਹਿਮਤ ਜ਼ਰੂਰ ਹੋ ਜਾਂਦੀ ਜੇ। ਮਹਾਰਾਜ ਅਸੀਂ ਔਗੁਣਾਂ ਦੇ ਭਰੇ ਹੋਏ ਆ। ਮਹਾਰਾਜ ਪਿੰਡ ਦੀ ਚੌਧਰਤਾ ਦਾ ਕੰਮ ਹੈ ਸਾਡੇ ਕੋਲ, ਤੇ ਚੌਧਰਤਾ ਦੇ ਕੰਮ ਵਿੱਚ ਸਾਨੂੰ ਝੂਠ ਬੜਾ ਬੋਲਣਾ ਪੈਂਦਾ ਜੀ। ਹਾਂਜੀ ਸ਼੍ਰੀ ਗੁਰ ਜੀ ਕਿਮ ਹੋਏ ਉਧਾਰਾ। ਅਸੀਂ ਦਿਨ ਰਾਤ ਹੀ ਸੱਚੇ ਪਾਤਸ਼ਾਹ ਝੂਠ ਬੋਲਦੇ ਰਹਿੰਦੇ ਆ। ਹੇ ਸੱਚੇ ਪਾਤਸ਼ਾਹ ਮਹਾਰਾਜ ਸਾਡਾ ਉਧਾਰ ਕਿਵੇਂ ਹੋਏਗਾ? ਸੁਨਿਓ ਚਾਹਤ ਉਪਦੇਸ਼ ਤੁਮਾਰਾ। ਅਸੀਂ ਆਪ ਜੀ ਦੇ ਮੁਖੋਂ ਸੁਣਨਾ ਚਾਹੁੰਦੇ, ਸਾਡਾ ਵੀ ਭਲਾ ਹੋ ਜਾਏਗਾ। ਦਿਨ ਰਾਤ ਹੀ ਝੂਠ ਬੋਲਦੇ ਰਹਿੰਦੇ ਆ। ਸਿਆਸੀ ਬੰਦਿਆਂ ਦਾ ਕੰਮ ਹੀ ਝੂਠ ਬੋਲਣਾ ਹੁੰਦਾ, ਉਹਨਾਂ ਦੀ ਗੱਡੀ ਨਹੀਂ ਚੱਲਦੀ ਝੂਠ ਬੋਲਣ ਤੋਂ ਬਗੈਰ ਜੀ। ਹਾਂਜੀ ਸ਼੍ਰੀ ਅਰਜਨ ਸੁਨ ਕੈ ਸਿੱਖ ਅਰਜਨ। ਗਰੀਬ ਨਵਾਜ ਸੱਚੇ ਪਾਤਸ਼ਾਹ ਦੋਵਾਂ ਸਿੱਖਾਂ ਦੀ ਬੇਨਤੀ ਸੁਣ ਕੇ ਕਿਰਪਾ ਕਰੀ ਜਿਨ ਕੋ ਜਸ ਅਰਜਨ। ਮਹਾਰਾਜ ਗਰੀਬ ਨਵਾਜ ਕਿਰਪਾ ਦੇ ਘਰ ਚ ਆ ਗਏ ਜੀ। ਹਾਂਜੀ ਜਿਨ੍ਹਾਂ ਦਾ ਜਸ ਬੜਾ ਉਜਲ ਹੈ, ਸਾਫ ਸੁਥਰਾ ਹੈ, ਆਪਣੇ ਸਿੱਖਾਂ ਦੀਆਂ ਬੇਨਤੀਆਂ ਸੁਣਨ ਵਾਲੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਰਹਿਮਤਾਂ ਦੇ ਘਰ ਚ ਆ ਗਏ ਜੀ। ਹਾਂਜੀ ਸ਼੍ਰੀ ਮੁਖ ਤੇ ਸ਼ੁਭ ਬਾਕ ਉਚਾਰਾ। ਮਹਾਰਾਜ ਗਰੀਬ ਨਵਾਜ ਸ਼ੁਭ ਬਚਨ ਕਰਨ ਲੱਗੇ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਸੁਣਿਓ ਧਿਆਨ ਨਾਲ, ਲੰਮੀ ਕਥਾ ਨਹੀਂ ਕਰਨੀ ਮਹਾਰਾਜ ਨੇ, ਥੋੜੇ ਬਚਨ ਬੋਲ ਕੇ ਉਹਨਾਂ ਦਾ ਭਲਾ ਕਰ ਦੇਣਾ ਜੀ। ਹਾਂਜੀ ਤਿਆਗੋ ਝੂਠ ਕ੍ਰੋਧ ਅਹੰਕਾਰਾ। ਮਹਾਰਾਜ ਕਹਿੰਦੇ ਭਾਈ ਜੇ ਸਾਡੇ ਸਿੱਖ ਬਣਨਾ ਤੇ ਝੂਠ ਛੱਡਣਾ ਪੈਣਾ। ਕਹਿਣ ਲੱਗੇ ਝੂਠ ਛੱਡਣਾ ਪੈਣਾ, ਫਿਰ ਕ੍ਰੋਧ ਵੀ ਛੱਡਣਾ ਪੈਣਾ, ਗੁੱਸਾ ਛੱਡਣਾ ਪੈਣਾ। ਇਹਦੇ ਨਾਲ ਨਾਲ ਗੁਰੂ ਅਰਜਨ ਦੇਵ ਜੀ ਕਹਿੰਦੇ ਹੰਕਾਰ ਵੀ ਛੱਡਣਾ ਪੈਣਾ। ਆਖੋ ਵਾਹਿਗੁਰੂ। ਵਾਹਿਗੁਰੂ। ਸੰਗਤ ਜੀ ਇਹਨਾਂ ਚੀਜ਼ਾਂ ਦੇ ਨਾਲ ਭਰਿਆ ਪਿਆ ਬੰਦਾ ਜੀ। ਹਾਂਜੀ ਜਿੱਥੇ ਲੋਭ ਹੋਏਗਾ ਨਾ ਜੀ, ਉੱਥੇ ਝੂਠ ਆ ਜਾਏਗਾ, ਪਾਪ ਵੀ ਆ ਜਾਏਗਾ ਜੀ। ਹਾਂਜੀ ਕਿਹੜਾ ਬੰਦਾ ਬੈਠਾ ਜਿਹੜਾ ਕਹਿੰਦਾ ਮੇਰੇ 'ਚ ਗੁੱਸਾ ਨਹੀਂ ਹੈਗਾ ਜੀ? ਕਿਹੜਾ ਕਹਿੰਦਾ ਜਿਹੜਾ ਮੇਰੇ 'ਚ ਹੰਕਾਰ ਨਹੀਂ ਹੈਗਾ? ਜੇ ਕਹਿੰਦਾ ਸਮਝੋ ਜ਼ਿਆਦਾ ਹੈਗਾ ਹੈ ਜੀ। ਮਹਾਰਾਜ ਕਹਿੰਦੇ ਮੇਰੇ ਪਿਆਰਿਓ ਝੂਠ ਬੋਲਣਾ, ਗੁੱਸਾ ਕਰਨਾ, ਐਵੇਂ ਹੀ ਹੰਕਾਰ ਕਰੀ ਜਾਣਾ ਬਿਨਾਂ ਕਿਸੇ ਗੱਲ ਤੋਂ ਹੀ, ਮਹਾਰਾਜ ਕਹਿੰਦੇ ਛੱਡਣਾ ਪੈਣਾ। ਕਹਿਣ ਲੱਗੇ ਹਾਂਜੀ ਝੂਠ ਸਮਾਨ ਪਾਪ ਨਹਿ ਕੋਈ। ਵਾਹਿਗੁਰੂ। ਆਖੋ ਵਾਹਿਗੁਰੂ। ਵਾਹਿਗੁਰੂ। ਹੁਣ ਝੂਠ ਸਾਡੇ ਕੋ ਵੀ ਬੋਲਿਆ ਜਾਂਦਾ ਜੀ। ਆਪਾਂ ਵੇਖ ਲਈਏ। ਹਾਂਜੀ ਦਿਹਾੜੀ ਚ ਇੱਕ ਅੱਧਾ ਝੂਠ ਤੇ ਬੰਦਾ ਬੋਲ ਹੀ ਦਿੰਦਾ ਜੀ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਝੂਠ ਤੋਂ ਵਾਹਿਗੁਰੂ ਝੂਠ ਵਰਗਾ ਹੋਰ ਪਾਪ ਹੀ ਕੋਈ ਨਹੀਂ ਹੈਗਾ। ਕਹਿਣ ਲੱਗੇ ਹਾਂਜੀ
ਨਹੀਂ ਝੂਠ ਤੇ ਸ਼ੁਭ ਗਤ ਹੋਈ। ਕਦੀ ਝੂਠ ਬੋਲਣ ਵਾਲੇ ਦੀ ਸ਼ੁਭ ਗਤੀ ਨਹੀਂ ਹੋਏਗੀ। ਮਹਾਰਾਜ ਕਹਿਣ ਲੱਗੇ ਝੂਠ ਨਹੀਂ ਬੋਲਣਾ ਜੀ, ਗਲਤ ਨਹੀਂ ਬੋਲਣਾ। ਝੂਠ ਕੀ ਹੈ? ਜੋ ਨਹੀਂ ਹੋਇਆ ਐਵੇਂ ਆਖੀ ਜਾਣਾ ਵੀ ਹੋਇਆ, ਇਹਨੂੰ ਹੀ ਝੂਠ ਕਹਿੰਦੇ ਨਾ ਜੀ। ਹਾਂਜੀ। ਕਲ ਕੋ ਕੂਰ ਕਹੈ ਅਗਵਾਨੀ। ਪਰ ਮਹਾਰਾਜ ਕਹਿਣ ਲੱਗੇ ਸੁਣ ਲੋ, ਕਲ ਯੁੱਗ ਦਾ ਸਮਾਂ ਚੱਲ ਰਿਹਾ ਹੈ। ਕਲ ਯੁੱਗ ਦੀ ਸੈਨਾ ਦਾ ਆਗੂ ਜਿਹੜਾ ਨਾ ਅਗਵਾਈ ਕਰਨ ਵਾਲਾ, ਉਹ ਹੈ ਹੀ ਝੂਠ ਹੈ। ਬਸ ਬੰਦਾ ਝੂਠ ਬੋਲਣਾ ਸ਼ੁਰੂ ਹੋ ਜਾਵੇ, ਬਾਕੀ ਵਕਾਰ ਤੇ ਪਾਪ ਉਹਦੇ ਚ ਆਪੇ ਹੀ ਹੋਣੇ ਸ਼ੁਰੂ ਹੋ ਜਾਣਗੇ। ਚੇਤਾ ਰੱਖਿਓ, ਜਦੋਂ ਬੰਦਾ ਸੱਚ ਬੋਲਣਾ ਸ਼ੁਰੂ ਕਰ ਦੇਗਾ, ਬਹੁਤ ਮਸਲੇ ਹੱਲ ਹੋਣੇ ਸ਼ੁਰੂ ਹੋ ਜਾਣਗੇ, ਰੱਬ ਦੀ ਮਿਹਰ ਹੋਣੀ ਸ਼ੁਰੂ ਹੋ ਜਾਏਗੀ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਕੂਰ ਵਿਕਾਰਨ ਕੀ ਰਾਜਧਾਨੀ। ਵਾਹਿਗੁਰੂ। ਮਹਾਰਾਜ ਕਹਿੰਦੇ ਇਹ ਤੇ ਵਕਾਰਾਂ ਦੀ ਰਾਜਧਾਨੀ ਹੈਗੀ, ਜਿੱਥੇ ਸਾਰੇ ਇਕੱਠੇ ਹੋਣੇ ਆ ਕੇ। ਕਹਿਣ ਲੱਗੇ ਝੂਠ ਜਿਹੜਾ ਹੈ ਨਾ, ਇਹ ਵਕਾਰਾਂ ਦੀ ਰਾਜਧਾਨੀ ਹੈਗੀ, ਰਾਜਧਾਨੀ। ਹਾਂਜੀ। ਜੋ ਕਰ ਨੇਮ ਕੂਰ ਨਹਿ ਕਹੈ। ਜਿਹੜੇ ਵਿਅਕਤੀ ਨੇਮ ਬਣਾ ਲੈਣ ਵੀ ਝੂਠ ਨਹੀਂ ਬੋਲਣਾ, ਝੂਠ ਨਹੀਂ ਬੋਲਣਾ, ਇਸ ਗੱਲ ਨੂੰ ਪੱਕਿਆਂ ਕਰਕੇ ਝੂਠ ਨਾ ਬੋਲਣਾ ਜੀ। ਹਾਂਜੀ। ਤਿਨ ਕੋ ਮੁਕਤ ਸੁਗਮ ਹੀ ਅਹੈ। ਮਹਾਰਾਜ ਕਹਿਣ ਲੱਗੇ ਸੌਖੇ ਹੀ ਮੁਕਤੀ ਨੂੰ ਪ੍ਰਾਪਤ ਹੋਣਗੇ, ਸੌਖੇ ਮੁਕਤੀ ਨੂੰ ਪ੍ਰਾਪਤ ਹੋਣਗੇ। ਬਸ ਸਿੱਖ ਨੇ ਨਹੀਂ ਝੂਠ ਬੋਲਣਾ ਤੇ ਨਹੀਂ ਬੋਲਣਾ ਜੀ। ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀਗੀ, ਪ੍ਰਸੰਗ ਪੂਰਾ ਹੋ ਜਾਏ ਫਿਰ ਦੱਸਦਾ ਸਿੱਖ ਦਾ ਕਿਰਦਾਰ ਕਿੰਨਾ ਉੱਚਾ ਹੈਗਾ ਜੀ। ਭਾਈ ਵੀਰ ਸਿੰਘ ਜੀ ਨੇ ਇੱਕ ਘਟਨਾ ਲਿਖੀ ਹੈ। ਹਾਂਜੀ। ਭੂਲ ਨਾ ਕੂਰ ਭਨੇ ਗੁਰ ਸਿੱਖ। ਸਿੱਖ ਭੁੱਲ ਕੇ ਵੀ ਝੂਠ ਨਾ ਬੋਲੇ। ਮਹਾਰਾਜ ਕਹਿਣ ਲੱਗੇ ਅਰਦਾਸ ਕਰੋ ਮਹਾਰਾਜ ਸਾਡੇ ਮੂੰਹੋਂ ਵੀ ਨਿਕਲ ਜਾਂਦਾ, ਮਿਹਰ ਕਰੋ ਝੂਠ ਨਾ ਬੋਲਿਆ ਕਰੀਏ। ਹਾਂਜੀ। ਕਸ਼ਟ ਸਹਿਤ ਨਹਿ ਪਵਹਿ ਭਵਿੱਖ। ਜਿਹੜਾ ਮਨੁੱਖ ਸੱਚ ਹੀ ਬੋਲੇਗਾ, ਝੂਠ ਨਹੀਂ ਬੋਲੇਗਾ, ਮਹਾਰਾਜ ਕਹਿੰਦੇ ਉਹਨੂੰ ਕਸ਼ਟ ਨਹੀਂ ਪੈਣਗੇ, ਕਸ਼ਟ ਨਹੀਂ ਪੈਣਗੇ, ਔਖਾ ਨਹੀਂ ਹੋਏਗਾ ਉਹ। ਹਾਂਜੀ। ਗੁਰ ਤੇ ਸੁਨ ਪੁਰੀਆ ਪੁਨ ਭਨੈ। ਹੁਣ ਦੋ ਸਿੱਖ ਨੇ ਨਾ, ਭਾਈ ਪੁਰੀਆ ਜੀ, ਭਾਈ ਚੂਹੜ ਜੀ। ਜਦੋਂ ਭਾਈ ਪੁਰੀਆ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਮੁਖੋਂ ਇਹ ਬਚਨ ਸੁਣੇ ਨਾ ਜੀ, ਹਾਂਜੀ, ਕੂਰ ਬਿਨਾ ਨਹਿ ਚੌਧਰ ਬਨੈ। ਸੋਚਣ ਲੱਗੇ ਵੀ ਝੂਠ ਬੋਲਣ ਤੋਂ ਬਗੈਰ ਤੇ ਚੌਧਰ ਤਾਂ ਨਿਭਣੀ ਨਹੀਂ। ਚੌਧਰੀ ਨੇ ਇਸ ਬੰਦੇ ਨੂੰ ਕੁਝ ਕਹਿਣਾ, ਉਹਨੂੰ ਕੁਝ ਕਹਿਣਾ ਜੀ। ਹਾਂਜੀ। ਝੂਠ ਬਿਨਾ ਨਾ ਹੋਏ ਗੁਜਰਾਨ। ਝੂਠ ਤੋਂ ਬਗੈਰ ਤੇ ਸਾਡਾ ਗੁਜ਼ਾਰਾ ਹੀ ਨਹੀਂ ਹੈਗਾ, ਭਾਈ ਪੁਰੀਆ ਜੀ ਸੋਚ ਰਹੇ। ਹਾਂਜੀ। ਝਗਰੇ ਪਰਹਿ ਅਨਿਕ ਹੀ ਆਨ। ਜੇ ਅਸੀਂ ਸੱਚ ਬੋਲਣ ਲੱਗ ਪਏ, ਝਗੜੇ ਹੀ ਬੜੇ ਪੈ ਜਾਣੇ ਸਾਨੂੰ, ਲੋਕਾਂ ਲੜਨਾ ਸਾਡੇ ਨਾਲ। ਹਾਂਜੀ। ਸ਼੍ਰੀ ਅਰਜਨ ਸੁਨ ਤਬਹਿ ਕਿਰਪਾਲਾ। ਤੇ ਭਾਈ ਪੁਰੀਆ ਜੀ ਨਾ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਝੂਠ ਤੇ ਬੋਲਣਾ ਹੀ ਪੈਂਦਾ ਸਾਨੂੰ। ਤੇ ਗੁਰੂ ਅਰਜਨ ਦੇਵ ਮਹਾਰਾਜ ਆਖੋ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ, ਕਹਿਓ ਕਰਹੁ ਨਿਜ ਪੁਰ ਧਰਮਸ਼ਾਲਾ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਇਹਦਾ ਵੀ ਮਸਲਾ ਹੱਲ ਕਰ ਦਿੰਦੇ ਹਾਂ। ਆਪਣੇ ਇਲਾਕੇ ਦੇ ਵਿੱਚ ਇੱਕ ਧਰਮਸ਼ਾਲਾ ਬਣਾਓ। ਹਾਂਜੀ। ਕਥਾ ਕੀਰਤਨ ਰੀਤ ਚਲਾਓ। ਭਾਵ ਜਿਵੇਂ ਆਪਾਂ ਬੈਠੇ ਗੁਰੂ ਘਰ ਬਣਾਓ, ਉਥੇ ਕਥਾ ਦੀ ਰੀਤੀ ਚਲਾਓ, ਕੀਰਤਨ ਦੀ ਰੀਤੀ ਚਲਾਓ। ਹਾਂਜੀ। ਗੁਰ ਕੋ ਸ਼ਬਦ ਸੁਨਹੁ ਅਰ ਗਾਓ। ਗੁਰੂ ਜੀ ਦਾ ਸ਼ਬਦ ਜਿਹੜਾ ਪੜਿਆ ਕਰੋ, ਸੁਣਿਆ ਕਰੋ, ਗਾਇਆ ਕਰੋ ਜੀ। ਹਾਂਜੀ। ਦੋਨੋਂ ਸਮੇਂ ਜਾਹੋ ਤਿਸ ਥਾਨ। ਭਾਈ ਪੁਰੀਆ ਦੋਵੇਂ ਟਾਈਮ, ਦੋਵੇਂ ਸਮੇਂ ਕਥਾ ਸੁਣਨ ਜਾਣਾ, ਕੀਰਤਨ ਸੁਣਨ ਜਾਣਾ, ਸਤਸੰਗ ਵਿੱਚ ਜਾਣਾ। ਚਤੁਰ ਚਤੁਰ ਘਟਕਾ ਹਿਤ ਠਾਨ। ਮਹਾਰਾਜ ਕਹਿੰਦੇ 4-4 ਘੜੀਆਂ ਤੇ ਉੱਥੇ ਰਵੇ। ਹੁਣ ਮੈਂ ਵੇਖਦਾ ਕਈ ਬੰਦੇ ਆਉਂਦੇ ਆ, ਬਹਿੰਦੇ ਆ, ਉਸੇ ਵੇਲੇ ਚੱਲਾ ਜੀ, ਚਲੋ ਜੀ ਘਰ ਚੱਲੀਏ ਜੀ। ਹਾਂਜੀ। 4 ਘੜੀਆਂ ਮਹਾਰਾਜ ਕਹਿੰਦੇ ਸਵੇਰੇ ਬਹਿ ਜਾ, 4 ਘੜੀਆਂ ਸ਼ਾਮ ਬਹਿ ਜਾ। ਕਿੰਨੀ ਸੌਖੀ ਗੱਲ ਹੈਗੀ ਜੀ। ਹਾਂਜੀ।
ਗੁਰਬਾਣੀ ਕੀ ਕਥਾ ਸੁਨੀਜੈ। ਉੱਥੇ ਫਿਰ ਗੁਰੂ ਜੀ ਦੀ ਬਾਣੀ ਦੀ ਕਥਾ ਸੁਣਿਆ ਕਰ। ਇਕ ਚਿਤ ਹੋਏ ਕਰ ਪ੍ਰੇਮ ਰਖੀਜੈ। ਕਥਾ ਸੁਣਦਿਆਂ ਮਨ ਟਿਕਾ ਕੇ ਰੱਖਿਆ ਕਰ। ਮਹਾਰਾਜ ਕਹਿੰਦੇ ਮਨ ਬੜਾ ਬੈੜਾ ਜੀ, ਬੜੀਆਂ ਥਾਵਾਂ ਤੇ ਤੁਰਿਆ ਫਿਰਦਾ ਜੀ, ਕਥਾ ਵਿੱਚ ਵੀ ਤੁਰਿਆ ਫਿਰਦਾ ਜੀ। ਮਹਾਰਾਜ ਕਹਿੰਦੇ ਐ ਮਨ ਟਿਕਾ ਕੇ ਰੱਖਿਆ ਕਰ ਆਪਣਾ। ਹਾਂਜੀ, ਸਗਰੇ ਦਿਨ ਜੋ ਝੂਠ ਕਮਾਓ। ਮਹਾਰਾਜ ਕਹਿੰਦੇ ਫਿਰ ਸਾਰੀ ਦਿਹਾੜੀ ਵਿੱਚ ਜੋ ਤੂੰ ਝੂਠ ਬੋਲਣਾ ਹੈ, ਮਹਾਰਾਜ ਕਹਿਣ ਲੱਗੇ। ਹਾਂਜੀ, ਧਰਮਸਾਲ ਮਹਿ ਆਨ ਲਿਖਾਓ। ਧਰਮਸ਼ਾਲਾ ਵਿੱਚ ਆ ਕੇ ਲਿਖਾਇਆ ਕਰ, ਕਹਿਣ ਲੱਗੇ। ਆਖੋ ਵਾਹਿਗੁਰੂ। ਦੱਸਿਆ ਕਰ, ਅੱਜ ਮੈਂ ਆਹ ਝੂਠ ਬੋਲਿਆ, ਅੱਜ ਮੈਂ ਆਹ ਝੂਠ ਬੋਲਿਆ, ਅੱਜ ਮੈਂ ਆਹ ਝੂਠ ਬੋਲਿਆ। ਗੁਰੂ ਸਾਹਿਬ ਕੋ ਜੁਗਤੀ ਹੈ ਨਾ, ਉਹਦਾ ਪਾਰ ਉਤਾਰਾ ਕਿਵੇਂ ਕਰਨਾ ਜੀ। ਹਾਂਜੀ, ਏਕ ਮਾਸ ਲਗ ਕਾਗਦ ਸਾਰੋ। ਮਹਾਰਾਜ ਕਹਿਣ ਲੱਗੇ ਫਿਰ 1 ਮਹੀਨੇ ਵਿੱਚ ਜਿੰਨਾ ਝੂਠ ਬੋਲਿਆ ਹੈ ਉਹ ਇੱਕ ਕਾਗਜ਼ ਤੇ ਲਿਖ ਲੈਣਾ, ਕਹਿਣ ਲੱਗੇ। ਹਾਂਜੀ, ਕਰਹੋ ਇਕੱਤਰ ਭਲੇ ਨਿਰਧਾਰੋ। ਮਹਾਰਾਜ ਕਹਿਣ ਲੱਗੇ ਸਭ ਇਕੱਠੇ ਕਰ ਲੈਣੇ ਕਾਗਜ਼। ਹਾਂਜੀ, ਜਬ ਹੋ ਅਮਸਿਆ ਕੋ ਤੁਮ ਆਵੋ। ਤੇ ਤੂੰ ਮੱਸਿਆ ਤੇ ਮੱਸਿਆ ਸਾਡੇ ਕੋਲ ਆਇਆ ਕਰਨਾ, ਕਹਿਣ ਲੱਗੇ। ਜਦੋਂ ਮੱਸਿਆ ਤੇ ਆਉਣਾ ਤੂੰ ਸਾਡੇ ਕੋਲ। ਹਾਂਜੀ, ਸੋ ਕਾਗਦ ਆਪਣੇ ਸੰਗ ਲਿਆਵੋ। ਉਹ ਕਾਗਜ਼ ਆਪਣੇ ਨਾਲ ਹੀ ਲੈ ਆਉਣਾ, ਕਹਿਣ ਲੱਗੇ। ਆਖੋ ਵਾਹਿਗੁਰੂ। ਹਾਂਜੀ, ਝੂਠ ਮਹੀਨੇ ਬੋਲੋ ਜੇਤੇ। ਮਹੀਨੇ 'ਚ ਜਿੰਨਾ ਝੂਠ ਬੋਲਿਆ ਜਾਂਦਾ, ਕਹਿਣ ਲੱਗੇ। ਹਾਂਜੀ, ਹਮਹਿ ਸੁਨਾਵੋ ਮਿਲ ਕਰ ਤੇਤੇ। ਉਹ ਸਾਰਾ ਝੂਠ ਫਿਰ ਕਾਗਜ਼ ਤੇ ਲਿਖ ਕੇ ਸਾਨੂੰ ਵੀ ਸੁਣਾਉਣਾ। ਮੈਂ ਇਹਨੂੰ ਧੋਖਾ ਦੇ ਕੇ ਆਇਆ ਮਹਾਰਾਜ, ਮੈਂ ਇਹਦੇ ਨਾਲ ਦਗਾ ਕੀਤਾ, ਇਹਨੂੰ ਮੈਂ ਕਿਹਾ ਹੀ ਉਹ ਇਹੋ ਜਿਹਾ ਹੈਗਾ। ਇਹ ਜਿੰਨਾ ਝੂਠ ਹੈ ਮਹਾਰਾਜ ਕਹਿੰਦੇ ਉਹ ਸਾਨੂੰ ਸੁਣਾਇਆ ਕਰਨਾ ਹੀ ਆ ਕੇ। ਹਾਂਜੀ, ਕਰਹੋ ਪੁੰਨ ਸੋ ਭੀ ਲਿਖ ਕਰਕੇ। ਪਰ ਮਹਾਰਾਜ ਕਹਿੰਦੇ ਨਿਰਾ ਝੂਠ ਹੀ ਨਹੀਂ। ਵੇਖੋ ਕਮਾਲ ਦੀ ਗੱਲ ਜੀ, ਇਹਨੂੰ ਧਿਆਨ ਨਾਲ ਸੁਣਿਓ। ਮਹਾਰਾਜ ਕਹਿੰਦੇ ਜਿਹੜੇ ਚੰਗੇ ਕੰਮ ਕਰਦਾ ਹੈ ਨਾ ਉਹ ਵੀ ਲਿਖ ਲਿਆ ਕਰੀ, ਕਹਿਣ ਲੱਗੇ। ਉਹ ਵੀ ਲਿਖ ਲਿਆ ਕਰੀ। ਹਾਂਜੀ, ਆਨ ਸੁਨਾਵੋ ਸਕਲ ਉਚਰ ਕੇ। ਝੂਠ ਵੀ ਸੁਣਾ ਦਿਆ ਕਰੀ, ਚੰਗੇ ਕੰਮ ਵੀ ਸੁਣਾ ਦਿਆ ਕਰੀ। ਸੁਨ ਉਪਦੇਸ਼ ਨਮੋ ਕਰ ਗੁਰ ਕੋ। ਸੁਨ ਉਪਦੇਸ਼ ਨਮੋ ਕਰ ਗੁਰ ਕੋ। ਗੁਰੂ ਜੀ ਦਾ ਉਪਦੇਸ਼ ਸੁਣ ਕੇ ਨਮਸਕਾਰ ਕਰਕੇ ਭਾਈ ਪੁਰੀਆ ਜੀ ਤੇ ਭਾਈ ਚੂਹੜ ਜੀ ਚਲੇ ਗਏ ਜੀ। ਹਾਂਜੀ, ਕਿਤਕ ਦਿਵਸ ਮਹਿ ਗਮਨੇ ਪੁਰ ਕੋ। ਕੁਝ ਦਿਨ ਸਾਧ ਸੰਗਤ ਦੀ ਵਾਹਿਗੁਰੂ ਕਿਤਕ ਦਿਵਸ ਮਹਿ ਗਮਨੇ ਪੁਰ ਕੋ। ਕੁਝ ਦਿਨ ਮਹਾਰਾਜ ਕੋ ਅੰਮ੍ਰਿਤਸਰ ਰਹੇ, ਫਿਰ ਆਪਣੇ ਨਗਰ ਵਿੱਚ ਚਲੇ ਗਏ ਜਿੱਥੋਂ ਦੇ ਚੌਧਰੀ ਹੈਗੇ ਸੀਗੇ। ਤੁਸੀਂ ਵੇਖੋ ਕੋਈ ਪੂਰਬਲਾ ਕਰਮ ਪ੍ਰੇਰ ਕੇ ਗੁਰੂ ਜੀ ਦੇ ਚਰਨਾਂ ਵਿੱਚ ਲੈ ਆਇਆ ਜੀ। ਹਾਂਜੀ, ਜਿਮ ਗੁਰ ਕਹਿਓ ਰਚੀ ਧਰਮਸਾਲ। ਲਓ ਜੀ, ਜਾਂਦਿਆਂ ਨੇ ਪਹਿਲਾਂ ਕੀ ਕੰਮ ਕੀਤਾ ਜੀ, ਧਰਮਸ਼ਾਲਾ ਬਣਾਈ ਜੀ। ਚੇਤਾ ਰੱਖਿਓ ਸੰਗਤ ਜੀ, ਜਿਨ੍ਹਾਂ ਉੱਤੇ ਮੇਰੇ ਗੁਰੂ ਦੀ ਮਿਹਰ ਹੁੰਦੀ ਹੈ ਉਹ ਗੁਰੂ ਦੀ ਬਾਣੀ ਕੱਲੀ ਸੁਣਦੇ ਨਹੀਂ, ਉਹ ਮੰਨਦੇ ਵੀ ਨੇ ਜੀ। ਧਰਮਸ਼ਾਲਾ ਬਣਾਈ ਜੀ ਪਹਿਲਾਂ ਇਹਨਾਂ ਨੇ। ਹਾਂਜੀ, ਕਥਾ ਕੀਰਤਨ ਹੋਏ ਜੁਗ ਕਾਲ। ਦੋਵੇਂ ਸਮੇਂ ਕਥਾ ਤੇ ਕੀਰਤਨ ਹੋਣ ਲੱਗ ਪਿਆ ਜੀ। ਜਦੋਂ ਧਰਮਸ਼ਾਲਾ ਬਣੀ ਨਾ ਜੀ, ਦੋਵੇਂ ਸਮੇਂ ਕਥਾ ਕੀਰਤਨ ਸਵੇਰੇ ਤੇ ਸ਼ਾਮ ਨੂੰ। ਹਾਂਜੀ, ਕਹਿਓ ਝੂਠ ਸੋ ਕਰਹਿ ਲਿਖਾਵਨ। ਤੇ ਹੁਣ ਕੀ ਕਰੇ। ਆਖੋ ਵਾਹਿਗੁਰੂ। ਜਿੰਨਾ ਝੂਠ ਬੋਲਿਆ ਕਰੇ, ਮਨ ਤੇ ਨਾ ਕਰਿਆ ਕਰੇ, ਪਰ ਉਹ ਧਰਮਸ਼ਾਲਾ 'ਚ ਬੋਲ ਕੇ ਸੁਣਾ ਕੇ ਲਿਖਾਇਆ ਕਰੇ ਜੀ। ਹੁਣ ਮਹਾਰਾਜ ਦਾ ਬਚਨ ਸੀਗਾ ਜੀ। ਹਾਂਜੀ, ਸਤ ਸੰਗਤ ਮਹਿ ਹੋਏ ਸ਼ਰਮਾਵਨ। ਤੇ ਜਦੋਂ ਸੰਗਤ ਵਿੱਚ ਝੂਠ ਲਿਖਾਉਣਾ ਪੈਂਦਾ ਨਾ ਜੇ, ਤੇ ਚੌਧਰੀਆਂ ਨੂੰ ਸ਼ਰਮ ਆਉਣ ਲੱਗ ਪਈ ਜੀ। ਸਾਡੇ ਮਨ ਦੀਆਂ ਗੱਲਾਂ ਹੀ ਹੈਗੀਆਂ ਵੀ ਝੂਠ ਤੋਂ ਬਗੈਰ ਗੁਜ਼ਾਰਾ ਨਹੀਂ ਹੈਗਾ, ਇਹ ਗੱਪਾਂ ਹੈਗੀਆਂ ਜੀ। ਸ਼ਰਮਸਾਰ ਹੋਏ ਜੀ ਫਿਰ। ਹਾਂਜੀ, ਪੁੰਨ ਜਬ ਕੂਰ ਬੋਲ ਬੇ ਲਗੈ। ਹਾਂਜੀ, ਹਿਰਦੈ ਵਿਚਾਰ ਹੈ ਕਿਆ ਕਹਿ ਅਗੈ। ਹੁਣ ਜਦੋਂ ਝੂਠ ਬੋਲਣ ਗੁਰੂ ਅਰਜਨ ਦੇਵ ਜੀ ਨੇ ਮਿਹਰ ਕਰਤੀ, ਉਦੋਂ ਹੀ ਸੋਚਣ ਵੀ ਜੇ ਮੈਂ ਝੂਠ ਬੋਲਿਆ ਤੇ ਸ਼ਾਮੀ ਜਾ ਕੇ ਲਿਖਾਉਣਾ ਪੈਣਾ ਸਾਰਾ। ਕੀ ਜਾ ਕੇ ਦੱਸਾਂਗੇ। ਇਹ ਵੀ ਮੈਂ ਬੇਨਤੀ ਕਰਾਂ,
ਗੁਰੂ ਮਿਹਰ ਕਰੇ ਮਨ 'ਚ ਇਮਾਨਦਾਰੀ ਬਣਦੀ ਜੇ, ਨਹੀਂ ਤੇ ਬੰਦਾ ਕਹਿ ਹੀ ਸਕਦਾ ਵੀ ਅੱਜ ਨਹੀਂ ਬੋਲਿਆ ਮੈਂ ਝੂਠ, ਇਹ ਵੀ ਤਾਂ ਝੂਠ ਹੀ ਹੈ। ਹਾਂਜੀ, ਕਬ ਹਠ ਜਾਏ ਕਬਹੇ ਕਹਿ ਕੂਰ। ਲਓ ਜੀ, ਕਦੀ ਤੇ ਝੂਠ ਬੋਲਣ ਤੋਂ ਟਲ ਜਾਇਆ ਕਰਨ ਜੀਏ। ਹਾਂਜੀ, ਕਦੀ ਤੇ ਝੂਠ ਬੋਲਣ ਤੋਂ ਟਲ ਜਾਇਆ ਕਰਨ ਵੀ ਨਹੀਂ ਜਵਾਬ ਦੇਣਾ ਪੈਣਾ, ਬਹੁਤੀ ਮਜਬੂਰੀ 'ਚ ਝੂਠ ਬੋਲ ਵੀ ਦਿਆ ਕਰਨ ਜੀਏ। ਪਰ ਝੂਠ ਘਟ ਗਿਆ ਜੀ ਅੱਗੇ ਨਾਲੋਂ ਜੀ। ਹਾਂਜੀ, ਪੁੰਨ ਚਲ ਆਵਹਿ ਗੁਰੂ ਹਜੂਰ। ਫਿਰ ਮੱਸਿਆ ਵਾਲੇ ਦਿਨ ਸੰਗਤਾਂ ਦੇ ਨਾਲ ਦਰਸ਼ਨ ਕਰਨ ਵਾਸਤੇ ਦੋਵੇਂ ਚੌਧਰੀ ਆਏ ਜੀ। ਹਾਂਜੀ, ਲਗਹਿ ਸੁਨਾਵਨ ਲੱਜਤ ਹੋਏ। ਮਹਾਰਾਜ ਗਰੀਬ ਨਵਾਜ ਕਹਿੰਦੇ ਕਾਗਜ਼ ਲੈ ਕੇ ਆਏ ਹੋ। ਹੁਣ ਗੁਰੂ ਸਾਹਿਬ ਨੂੰ ਤੇ ਦੱਸਣਾ ਹੀ ਪੈਣਾ ਸੀ ਨਾ ਸਾਰੀ ਗੱਲ ਦਾ। ਕਹਿੰਦੇ ਮਹਾਰਾਜ ਲੈ ਕੇ ਆਏ ਹਾਂ। ਮਹਾਰਾਜ ਕਹਿੰਦੇ ਫਿਰ ਸੁਣਾਓ। ਤੇ ਸੰਗਤ ਜੀ, ਸੰਗਤ ਵਿੱਚ ਜਦੋਂ ਝੂਠ ਬੋਲ ਬੋਲ ਕੇ ਸੁਣਾਉਣ ਨਾ ਜੀ, ਜੋ ਜੋ ਝੂਠ ਬੋਲੇ ਲਿਖ ਲਿਖ ਕੇ ਪੜ੍ਹ ਪੜ੍ਹ ਕੇ ਸੁਣਾਉਣ ਤੇ ਸ਼ਰਮ ਆਵੇ ਉਹਨਾਂ ਨੂੰ ਜੀ। ਹਾਂਜੀ, ਤਉ ਹੁਕਮ ਬਸ ਗੁਰ ਕੇ ਹੋ ਦੋਏ। ਪਰ ਮਹਾਰਾਜ ਦਾ ਹੁਕਮ ਸੀਗਾ ਜੀ, ਕਰਨਾ ਹੀ ਪੈਣਾ, ਦੱਸਣਾ ਹੀ ਪੈਣਾ ਸੀਗਾ ਜੀ। ਹਾਂਜੀ, ਸਭ ਕਾਗਦ ਕੋ ਦੇਹ ਸੁਨਾਏ, ਪੀਛੇ ਰਹਿ ਅਧਿਕ ਪਛਤਾਏ। ਉਹ ਉੱਥੇ ਤੇ ਬੋਲ ਦਿਆ ਕਰਨ, ਪਿੱਛੋਂ ਪਛਤਾਇਆ ਕਰਨ। ਇਹ ਅਸੀਂ ਕੀ ਕਰਨਾ ਹੈ। ਹਾਂਜੀ, ਖਸ਼ਟ ਮਹੀਨੇ ਬੀਤੇ ਲਓ ਜੀ, 6 ਜਬੈ। ਮੱਸਿਆ ਹੋ ਗਈਆਂ। 6 ਮੱਸਿਆ ਜੀ। ਸੰਗਤ ਵਿੱਚ ਚੌਧਰੀਆਂ ਨੂੰ ਟਾਈਮ ਮਿਲਦਾ ਜੀ ਝੂਠ ਬੋਲ ਕੇ ਸੁਣਾਉਣ ਦਾ ਜੀ। ਹਾਂਜੀ, ਤੇ ਵੇਖੋ ਭਾਗਾਂ ਵਾਲੇ ਗੁਰੂ ਸਾਹਿਬ ਮਹਾਰਾਜ ਮਿਹਰ ਕਰਦੇ, ਇਹਨਾਂ ਵੱਲ ਧਿਆਨ ਦੇਣ ਲੱਗ ਪਏ ਮਹਾਰਾਜ ਜੀ। ਹਾਂਜੀ, ਤਿਆਗਿਓ ਗਇਓ ਝੂਠ ਤਬ ਸਬੈ। ਲਓ ਜੀ, 6 ਮਹੀਨਿਆਂ ਦਾ ਫਰਕ ਪਿਆ। ਪਹਿਲੇ ਮਹੀਨੇ ਥੋੜੇ ਜ਼ਿਆਦਾ ਝੂਠ ਸੀਗੇ ਜੀ, ਦੂਜੇ ਮਹੀਨੇ ਝੂਠ ਘਟ ਗਏ ਤੇ ਪੁੰਨ ਵੱਧ ਗਏ ਜੀ। ਤੀਸਰੇ ਮਹੀਨੇ ਹੋਰ ਘਟ ਗਏ ਤੇ ਪੁੰਨ ਹੋਰ ਵੱਧ ਗਏ ਜੀ। ਚੌਥੇ ਵੀ ਘਟ ਗਏ, ਪੰਜਵੇਂ ਵੀ ਘਟ ਗਏ। ਜਦੋਂ 6ਵੇਂ ਮਹੀਨੇ ਮੱਸਿਆ ਤੇ ਦਰਸ਼ਨ ਕਰਨ ਆਏ, ਕਹਿੰਦੇ ਮਹਾਰਾਜ ਝੂਠ ਵਾਲਾ ਵਰਕਾ ਖਾਲੀ ਹੋ ਗਿਆ। ਆਖੋ ਵਾਹਿਗੁਰੂ। ਕਿਉਂ ਸ਼ਰਮ ਆਉਂਦੀ ਸੀ ਦੱਸਣ ਲੱਗਿਆ ਜੀ। ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਕੋਈ ਝੂਠ ਨਹੀਂ ਬੋਲਿਆ ਇਸ ਮਹੀਨੇ। ਹਾਂਜੀ, ਇੱਕ ਤੋ ਨਰਨ ਬਿਖੈ ਵਡਿਆਈ। ਹਾਂਜੀ, ਸਭਾ ਮਝਾਰ ਗੁਰੂ ਅਗਵਾਈ। ਤੇ ਸੰਗਤ ਜੀ ਸਾਰੇ ਮਨੁੱਖ ਨਾ ਉਹਨਾਂ ਨੂੰ ਧੰਨ ਧੰਨ ਕਹਿਣ ਲੱਗ ਪਏ ਜੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਖੁਸ਼ੀ ਧਾਰਨ ਕੀਤੀ ਜੀ ਉਹਨਾਂ ਤੇ ਜੀ। ਹਾਂਜੀ, ਲੱਜਤ ਹੋਏ ਬਸੂਰਨ ਫੇਰ, ਜਾਂ ਤੇ ਤਿਆਗ ਦੀਨ ਇੱਕ ਬੇਰ। ਵੀ ਦੁਬਾਰਾ ਸ਼ਰਮਿੰਦੇ ਨਾ ਹੋਈਏ, ਇਸ ਕਰਕੇ ਝੂਠ ਬੋਲਣਾ ਛੱਡ ਦਿੱਤਾ ਜੀ ਉਹਨਾਂ ਨੇ ਜੀ। ਗੱਜ ਕੇ ਆਖੋ ਵਾਹਿਗੁਰੂ। ਤੇ ਝੂਠ ਵਰਗਾ ਪਾਪ ਨਹੀਂ ਜੇ ਜਪ ਤਪ ਝੂਠ ਬੋਲਿਆ ਵੀ ਨਾਸ ਹੁੰਦਾ ਜੀ। ਮੈਂ ਵੇਖਿਆ ਗੁਰਮੁਖਾਂ ਨੂੰ ਝੂਠ ਬੋਲਣ ਤੋਂ ਬਹੁਤ ਗੁਰੇਜ਼ ਕਰਦੇ ਜੀ ਉਹ ਜੀ। ਗੱਜ ਕੇ ਆਖੋ ਝੂਠ ਬੋਲਣ ਤੋਂ ਬਹੁਤ ਗੁਰੇਜ਼ ਕਰਦੇ, ਉਹਨਾਂ ਦਾ ਜੀ ਨਹੀਂ ਕਰਦਾ ਝੂਠ ਬੋਲਣ ਨੂੰ ਜੀ। ਹਾਂਜੀ, ਭਲੇ ਕਰਮ ਕਰਬੇ ਰੁਚ ਜਾਗੀ। ਲਓ ਜੀ, ਫਿਰ ਪੁੰਨ ਵਧਾਉਣ ਵਿੱਚ ਲੱਗ ਗਏ ਜੀ। ਭਲੇ ਕੰਮ ਕਰਨ ਦੀ ਰੁਚੀ ਪੈਦਾ ਹੋ ਗਈ ਉਹਨਾਂ ਦੀ ਜੀ। ਹਾਂਜੀ, ਗੁਰ ਉਪਦੇਸ਼ ਨਾਮ ਲਿਵ ਲਾਗੀ। ਆਖੋ ਵਾਹ ਵਾਹਿਗੁਰੂ। ਗੁਰੂ ਸਾਹਿਬ ਨੇ ਫਿਰ ਮਿਹਰ ਕੀਤੀ। ਜਦੋਂ 6 ਮਹੀਨੇ ਤੱਕ ਝੂਠ ਨਹੀਂ ਨਾ ਕੋਈ ਬੋਲਿਆ, ਮਹਾਰਾਜ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਹੁਣ ਨਾ ਤੁਸੀਂ ਗੁਰਮੰਤਰ ਦਾ ਜਾਪ ਕਰਿਆ ਕਰੋ। ਮਹਾਰਾਜ ਕੀ? ਮਹਾਰਾਜ ਕਹਿੰਦੇ ਜਪਿਆ ਕਰੋ ਵਾਹਿਗੁਰੂ ਵਾਹਿਗੁਰੂ। ਗੁਰਮੰਤਰ ਦਾ ਜਾਪ ਕਰਿਆ ਕਰੋ। ਲਓ ਸੰਗਤ ਜੀ, ਹਿਰਦਾ ਪਹਿਲਾਂ ਹੀ ਸਾਫ਼ ਸੀਗਾ। ਜਦੋਂ ਗੁਰੂ ਜੀ ਨੇ ਨਾਮ ਦੀ ਦਾਤ ਦਿੱਤੀ ਤੇ ਲਿਵ ਹੀ ਲੱਗ ਗਈ ਉਹਨਾਂ ਦੇ ਜੀ। ਲਿਵ ਲੱਗ ਗਈ ਜੀ, ਛੇਤੀ ਨਹੀਂ ਲੱਗਦੀ ਜੀ। ਬੰਦਾ ਤੜਪਦਾ ਰਹਿੰਦਾ, ਕਲਪਦਾ ਰਹਿੰਦਾ। ਔਗੁਣ ਛੱਡੇ ਤੇ ਲਿਵ ਲੱਗੇ ਨਾ ਜੀ। ਔਗੁਣ ਤੇ ਛੱਡ ਕੇ ਰਾਜੀ ਨਹੀਂ ਹੈਗਾ ਬੰਦਾ ਜੀ। ਨੀਕੇ ਪੰਥ ਭਰੇ ਬੁੱਧ ਆਈ। ਭਲੇ ਰਸਤੇ ਤੇ ਪੈ ਗਏ ਤੇ ਚੌਧਰੀਆਂ ਨੂੰ ਚੰਗੀ ਬੁੱਧੀ ਮਿਲ ਗਈ ਜੀ। ਭਲਾ ਹੋ ਗਿਆ ਚੌਧਰੀਆਂ ਦਾ। ਹਾਂਜੀ, ਪ੍ਰਭ ਡਰਤੇ ਤਿਆਗੀ ਬੁਰਿਆਈ। ਗੁਰਮੁਖੋ ਬੜੀ ਮਿਹਰ ਗੁਰਬਾਣੀ 'ਚ ਇਹ ਅਵਸਥਾ 'ਚ
ਕਿਸੇ ਬੰਦੇ ਨੂੰ ਰੱਬ ਤੋਂ ਡਰ ਲੱਗਣ ਲੱਗ ਪਏ ਜੀ। ਗੁਰਬਾਣੀ 'ਚ ਇਹਨੂੰ ਨਿਰਮਲ ਭਾਉ ਆਖਿਆ ਜੀ। ਮਾੜਾ ਕੰਮ ਨਹੀਂ ਕਰਨਾ, ਮਾੜਾ ਕੰਮ ਨਹੀਂ ਕਰਨਾ, ਰੱਬ ਦਾ ਡਰ ਪੈਦਾ ਹੋ ਜਾਣਾ ਜੀ। ਇਹ ਉਦੋਂ ਹੁੰਦਾ ਜਦੋਂ ਬੰਦਾ ਪਹਿਲਾਂ ਇਮਾਨਦਾਰੀ ਵਰਤੇ ਜੀ। ਇਹ ਵੀ ਇੱਕ ਅਵਸਥਾ 'ਚ ਨਾਮ ਜਪਦਿਆਂ ਲਿਵ ਲੱਗ ਗਈ, ਮਾੜੇ ਕੰਮ ਕਰਨ ਤੋਂ ਡਰ ਲੱਗਣ ਲੱਗ ਪਿਆ ਜੀ। ਪਰਮੇਸ਼ਰ ਸਾਨੂੰ ਵੇਖ ਰਿਹਾ ਹੈ, ਬੁਰਿਆਈ ਛੱਡ ਦਿੱਤੀ ਜੀ। ਉਹ ਚੌਧਰੀ ਜਿਹੜੇ ਰੋਂਦੇ ਸਨ ਮਹਾਰਾਜ ਕੋ ਆ ਕੇ, ਮਹਾਰਾਜ ਝੂਠ ਹੀ ਬੋਲਦੇ ਰਹਿੰਦੇ, ਝੂਠ ਹੀ ਬੋਲਦੇ ਰਹਿੰਦੇ ਆ, ਉਹ ਚੌਧਰੀ ਹੁਣ ਸੱਚ ਵੀ ਬੋਲਣ ਲੱਗ ਪਏ, ਨਾਮ ਵੀ ਜਪਣ ਲੱਗ ਪਏ, ਚੰਗੇ ਕੰਮ ਵੀ ਕਰਨ ਲੱਗ ਪਏ ਜੀ। ਸਤ ਸੰਗਤ ਮਿਲ ਜਨਮ ਸੁਧਾਰੇ, ਤੇ ਸਤ ਸੰਗਤ ਵੀ ਕਰਨ ਲੱਗ ਪਏ ਜੀ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਬੜਾ ਹੀ ਕੀਮਤੀ ਚ ਮਨੁੱਖਾ ਜਨਮ, ਬਹੁਤ ਕੀਮਤੀ ਹੈ। ਮਨੁੱਖਾ ਜਨਮ ਦਾ ਸੁਧਾਰ ਕਰਾ ਲਿਆ ਜੀ ਉਹਨਾਂ ਨੇ ਜੀ। ਹਾਂਜੀ, ਜਿਨ੍ਹਾਂ ਦੀ ਆਸ ਵੀ ਨਹੀਂ ਸੀ ਨਾ ਹੈਗੀ ਜੀ, ਉਹ ਬੰਦਿਆਂ ਨੇ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਚ ਆ ਕੇ ਪੱਕਾ ਹੀ ਸੁੱਖ ਪ੍ਰਾਪਤ ਕਰ ਲਿਆ। ਹਾਂਜੀ, ਫਿਰ ਹੈ ਬਹੁਤ ਸਤਿਗੁਰ ਕੇ ਦਵਾਰੇ, ਫਿਰ ਹੈ ਬਹੁਤ ਸਤਿਗੁਰ ਕੇ ਦਵਾਰੇ। ਜਦੋਂ ਆਉਣਾ ਲੰਮਾ ਲੰਮਾ ਸਮਾਂ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਹੀ ਰਹਿਣਾ ਜੀ ਉਹਨਾਂ ਨੇ ਜੀ। ਚੌਧਰੀ ਤੇ ਸੰਤ ਹੀ ਬਣ ਗਏ। ਆਖੋ ਧੰਨ ਭਾਈ ਪੁਰੀਆ ਜੀ। ਇਸ ਤਰ੍ਹਾਂ ਨਹੀਂ ਸੰਗਤ ਜੀ, ਗੱਜ ਕੇ ਧੰਨ ਭਾਈ ਚੂਹੜ ਜੀ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਮੱਤ ਧਾਰਨ ਕੀਤੀ, ਆਪਣਾ ਜਨਮ ਸਵਾਰ ਲਿਆ ਜੀ। ਹਾਂਜੀ, ਸੇਵਾ ਬਿਖੈ ਲਗੇ ਕਰ ਪ੍ਰੇਮ, ਤੇ ਸੰਗਤ ਜੀ ਕਈ ਕਈ ਦਿਨ ਰਹਿਣਾ, ਸੇਵਾ ਕਰਨੀ ਤੇ ਪਿਆਰ ਦੇ ਨਾਲ ਰਹਿਣਾ, ਸੇਵਾ ਕਰਨੀ ਤੇ ਸੇਵਾ ਕਰਦਿਆਂ ਕਰਦਿਆਂ ਪ੍ਰੇਮ ਜਾਗਿਆ ਜੀ, ਪ੍ਰੇਮ ਜਾਗਿਆ ਜੀ। ਹਾਂਜੀ, ਪ੍ਰਾਪਤ ਭਈ ਅੰਤ ਕੋ ਛੇਮ, ਤੇ ਫਿਰ ਪਤਾ ਕੀ ਬਣਿਆ ਜੀ? ਮੈਲਾ ਕੁਚੈਲਾ ਜੀਵਨ, ਵਧੀਆ ਪਵਿੱਤਰ ਜੀਵਨ ਹੋ ਗਿਆ, ਨਾਮ ਜਪਣ ਵਾਲਾ ਜੀਵਨ ਹੋ ਗਿਆ, ਰੱਬ ਦੀਆਂ ਰਹਿਮਤਾਂ ਵਾਲਾ ਜੀਵਨ ਹੋ ਗਿਆ, ਬਖਸ਼ਿਸ਼ਾਂ ਵਾਲਾ ਜੀਵਨ ਹੋ ਗਿਆ। ਲੋਕ ਆਦਰ ਤੇ ਮਾਣ ਕਰਨ ਲੱਗ ਪਏ, ਲੋਕ ਸਤਿਕਾਰ ਕਰਨ ਲੱਗ ਪਏ। ਤੇ ਫਿਰ ਪ੍ਰਾਪਤ ਭਈ ਅੰਤ ਕੋ ਛੇਮ, ਅੰਤਮ ਸਮੇਂ ਆਪਣਾ ਜਨਮ ਸਵਾਰ ਕੇ ਮੁਕਤ ਹੋ ਗਏ ਜੀ ਦੋਵੇਂ ਜੀ। ਗੱਜ ਕੇ ਆਖੋ ਵਾਹਿਗੁਰੂ। ਮੁਕਤ ਹੋ ਗਏ ਜੀ, ਮੁਕਤ ਜੀ। ਮਹਾਰਾਜ ਨੇ ਐਸੇ ਪੁਰਸ਼ਾਂ ਬਾਰੇ ਬਾਣੀ 'ਚ ਲਿਖਿਆ ਜੀ। ਮਹਾਰਾਜ ਕਹਿੰਦੇ ਨਿਰਮਲ ਜੋਤ ਤਿੰਨ ਪ੍ਰਾਣੀਆਂ, ਐਸੇ ਪ੍ਰਾਣੀਆਂ ਦੀ ਜੀਵਾਂ ਦੀ ਅੰਦਰ ਦੀ ਜਿਹੜੀ ਜੋਤ ਹੈ ਨਾ, ਇਹ ਨਿਰਮਲ ਹੋ ਜਾਂਦੀ ਜੀ, ਨਿਰਮਲ ਜੀ। ਜਿਨ੍ਹਾਂ ਪ੍ਰਾਣੀਆਂ ਦੀ ਅੰਦਰ ਦੀ ਜੋਤ ਨਿਰਮਲ ਹੋ ਜਾਂਦੀ ਹੈ ਨਾ, ਉਹ ਜਨਮ ਸਵਾਰ ਕੇ ਜਾਂਦੇ ਜੀ ਫਿਰ ਜੀ। ਆਓ ਸ਼ਬਦ ਪੰਕਤੀ ਪੜ੍ਹੀਏ। ਨਿਰਮਲ ਜੋਤ ਤਿੰਨ ਪ੍ਰਾਣੀਆਂ, ਓਏ ਚੱਲੇ ਜਨਮ ਸਵਾਰ ਜੀਓ, ਓਏ ਚੱਲੇ ਜਨਮ ਸਵਾਰ ਜੀਓ। ਜਪੋ ਨਿਰਮਲ ਪ੍ਰਾਣੀਆਂ, ਓਏ ਚੱਲੇ ਜਨਮ ਸਵਾਰ ਜੀਓ, ਓਏ ਚੱਲੇ ਜਨਮ ਸਵਾਰ ਜੀਓ। ਭਾਈ ਪੁਰੀਆ ਜੀ ਤੇ ਭਾਈ ਚੂਹੜ ਜੀ ਸਭ ਝੂਠ ਬੋਲਣਾ ਛੁੱਟ ਗਿਆ ਜੀ। ਮਹਾਂਪੁਰਖਾਂ ਵਾਲਾ ਜੀਵਨ ਬਣ ਗਿਆ, ਪਵਿੱਤਰ ਜੀਵਨ ਬਣ ਗਿਆ, ਨਾਮ ਜਪਣ ਵਿੱਚ ਲਿਵ ਲੱਗ ਗਈ। ਤੇ ਸਾਧ ਸੰਗਤ ਜੀ ਪਰਮੇਸ਼ਰ ਦੀ ਸੇਵਾ 'ਚ ਧਿਆਨ ਲੱਗਣ ਲੱਗ ਪਿਆ। ਕਈ ਕਈ ਚਿਰ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਦੇ ਵਿੱਚ ਰਹਿਣਾ, ਆਤਮਿਕ ਸੁੱਖ ਮਿਲਿਆ, ਜਨਮ ਸਵਾਰ ਕੇ ਰੱਬ ਦੀ ਦਰਗਾਹ ਗਏ ਜੀ ਫਿਰ ਜੀ। ਨਿਰਮਲ ਜੋਤ ਤਿੰਨ ਪ੍ਰਾਣੀਆਂ, ਓਏ ਚੱਲੇ ਜਨਮ ਸਵਾਰ ਜੀਓ,
ਚੱਲੇ ਜਨਮ ਸਵਾਰ ਜੀਓ ਜਪੋ ਨਿਰਮਲ ਜੋਤ ਤਿਨ ਪ੍ਰਾਣੀਆਂ ਹੋਏ ਚੱਲੇ ਜਨਮ ਸਵਾਰ ਜੀਓ ਓਏ ਚੱਲੇ ਜਨਮ ਸਵਾਰ ਜੀਓ। ਸਾਰੇ ਪੜਿਆ ਕਰੋ। ਵੇਖੋ ਨਾ ਜੀ, ਮੈਂ ਕਿਸੇ ਦਾ ਖੰਡਨ ਨਹੀਂ ਕਰਦਾ, ਪਰ ਕੋਈ ਧਾਰਨਾ ਬੋਲੇ ਸਿੱਧੀ ਜੀ ਅਸੀਂ ਉਹਦੇ ਮਗਰ ਬੋਲਦੇ ਆ। ਬੋਲਦੇ ਨਾ, ਇਹ ਤੇ ਗੁਰੂ ਦੀ ਬਾਣੀ ਹੈਗੀ ਹੈ ਜੀ, ਇਹਨੂੰ ਬੋਲ ਕੇ ਤੇ ਭਲਾ ਹੀ ਹੋਣਾ। ਭਾਈ ਚੂਹੜ ਜੀ ਤੇ ਭਾਈ ਪੁਰੀਆ ਜੀ ਬੜਾ ਹੀ ਭਲਾ ਕੀਤਾ, ਅੰਤ ਸਮੇਂ ਸ਼ੁਭ ਗ੍ਰਤੀ ਨੂੰ ਪ੍ਰਾਪਤ ਹੋਏ ਜੀ। ਆਖੋ ਸਾਰੇ ਧੰਨ ਭਾਈ ਚੂਹੜ ਜੀ, ਧੰਨ ਭਾਈ ਚੂਹੜ, ਧੰਨ ਭਾਈ ਪੁਰੀਆ ਜੀ, ਧੰਨ ਭਾਈ ਪੁਰੀਆ ਜੀ। ਨਿਰਮਲ ਜੋਤ ਤਿਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜੀਓ ਓਏ ਚੱਲੇ ਜਨਮ ਸਵਾਰ ਜੀਓ ਜਪੋ ਨਿਰਮਲ ਜੋਤ ਤਿਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜੀਓ ਓਏ ਚੱਲੇ ਜਨਮ ਸਵਾਰ ਜੀਓ। ਮਹਾਰਾਜ ਜੀ ਦੀ ਪੂਰੀ ਪੰਕਤੀ, ਜਿਨ ਸਤਿਗੁਰ ਸਿਉ ਚਿੱਤ ਲਾਇਆ, ਆਪਣੇ ਜੀਵਨ ਚ ਗੁਰੂ ਜੀ ਨਾਲ ਚਿੱਤ ਜੋੜ ਲਿਆ ਜੀ। ਮਹਾਰਾਜ ਜੀ ਦਾ 400 ਸਾਲਾ ਆ ਰਿਹਾ, ਕਿੰਨਾ ਕੁ ਮਹਾਰਾਜ ਨਾਲ ਚਿੱਤ ਜੋੜਨਾ ਜੀ। ਜਿਨ੍ਹਾਂ ਨੇ ਗੁਰੂ ਜੀ ਨਾਲ ਚਿੱਤ ਜੋੜ ਲਿਆ, ਕੀ ਹੋਇਆ ਜੀ? ਤਿੰਨ ਦੂਜਾ ਭਾਉ ਚੁਕਾਇਆ, ਉਹਨਾਂ ਅੰਦਰੋਂ ਮੈਲ ਦੂਰ ਹੋ ਗਈ ਜੀ। ਹਾਂਜੀ, ਜਿਨ ਸਤਿਗੁਰ ਸਿਉ ਚਿੱਤ ਲਾਇਆ, ਤਿਨੇ ਦੂਜਾ ਭਾਉ ਚੁਕਾਇਆ। ਜਿਨ ਸਤਿਗੁਰ ਸਿਉ ਚਿੱਤ ਲਾਇਆ, ਤਿਨੇ ਦੂਜਾ ਭਾਉ ਚੁਕਾਇਆ। ਕੁਦਰਤੀ ਹੈ ਜਦੋਂ ਬੰਦਾ ਇਮਾਨਦਾਰੀ ਨਾਲ ਗੁਰੂ ਜੀ ਦੇ ਚਰਨਾਂ ਨਾਲ ਜੁੜੇਗਾ, ਅੰਦਰੋਂ ਵਿਕਾਰ ਦੂਰ ਹੋਣਗੇ ਜੀ। ਜੁੜੇ ਨਾ ਜੀ ਭਾਈ ਪੁਰੀਆ ਜੀ ਤੇ ਭਾਈ ਚੂਹੜ ਜੀ, ਇਹ ਬਾਣੀ ਦੀ ਪੰਕਤੀ ਉਹਨਾਂ ਉੱਤੇ ਢੁਕਦੀ ਹੈ ਤੇ ਅਖੀਰੀ ਪੰਕਤੀ ਪ੍ਰੇਮ ਨਾਲ ਪੜ੍ਹਦਾ। ਨਿਰਮਲ ਜੋਤ ਤਿਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜੀਓ ਓਏ ਚੱਲੇ ਜਨਮ ਸਵਾਰ ਜੀਓ ਜਪੋ ਨਿਰਮਲ ਜੋਤ ਤਿਨ ਪ੍ਰਾਣੀਆਂ ਹੋਏ ਚੱਲੇ ਜਨਮ ਸਵਾਰ ਜੀਓ ਓਏ ਚੱਲੇ ਜਨਮ ਸਵਾਰ ਜੀਓ। ਨਿਰਮਲ ਜੋਤ ਤਿਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜੀਓ ਓਏ ਚੱਲੇ ਜਨਮ ਸਵਾਰ। ਨਿਰਮਲ ਜੋਤ ਤਿਨ ਪ੍ਰਾਣੀਆਂ ਹੋਏ ਚੱਲੇ ਜਨਮ ਸਵਾਰ ਜੀਓ ਹੋਏ ਚੱਲੇ ਜਨਮ ਸਵਾਰ ਜੀਓ। ਜ਼ਿੰਦਗੀ ਸਵਾਰ ਜ਼ਿੰਦਗੀ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਨਾ ਜੀ ਝੂਠ ਬੋਲਣਾ ਛੱਡਤਾ ਜੀ। ਜੁਗਤੀ ਵੇਖੋ ਮਹਾਰਾਜ ਦੀ ਕਿੰਨੀ ਪਵਿੱਤਰ ਹੈ। ਹਾਂਜੀ, ਝੂਠ ਵੀ ਲਿਖਣੇ ਤੇ ਪੁੰਨ ਵੀ ਲਿਖਣੇ ਜੀ। ਹਾਂਜੀ, ਬਹੁਤ ਸਾਰੇ ਪੁਰਸ਼ਾਂ ਨੂੰ ਆਦਤ ਹੈਗੀ ਹੈ, ਉਹ ਡਾਇਰੀ ਲਿਖਦੇ ਜੀ। ਹਾਂਜੀ, ਉਹ ਡਾਇਰੀ 'ਚ ਸਵੈ ਚਿੰਤਨ ਕਰਦੇ ਰਹਿੰਦੇ ਜੀ।
ਅੱਜ ਕੀ ਕੀਤਾ ਜੀ। ਦੂਜਾ ਸਾਧ ਸੰਗਤ ਜੀ, ਅੱਜ ਦੇ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਜੋਤੀ ਜੋਤ ਸਮਾਏ ਸਨ ਜੀ। ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦਾ ਜਿਹੜਾ ਪ੍ਰਸੰਗ ਹੈ ਬਹੁਤ ਵਿਚਿੱਤਰ ਹੈ ਜੀ, ਆਮ ਪੁਰਸ਼ਾਂ ਜੈਸਾ ਨਹੀਂ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ, 60 ਕੇ ਬੁਢੇਪਾ ਆਵੈ। 60 ਸਾਲ ਦਾ ਬੰਦਾ ਹੋਵੇ ਉਹਨੂੰ ਬੁੱਢਾ ਮੰਨਿਆ ਜਾਂਦਾ ਹੈ। 60 ਸਾਲ ਤੋਂ ਪਹਿਲਾਂ ਬੁਢੇਪੇ ਨੂੰ, ਭਾਵੇਂ ਦਾੜੀ ਚਿੱਟੀ ਹੋ ਜਾਏ, ਉਹਨੂੰ ਬੁੱਢਾ ਨਹੀਂ ਮੰਨ ਸਕਦੇ ਅਸੀਂ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਮਰ ਅਜੇ ਛੋਟੀ ਹੈ ਜੀ। ਹਾਂਜੀ, 50 ਸਾਲਾਂ ਤੋਂ ਕੁਝ ਕੁ ਸਾਲ ਇਹਦੇ ਨੇੜੇ ਤੇੜੇ ਮਹਾਰਾਜ ਜੀ ਦੀ ਉਮਰ ਹੈ ਜੀ। ਹਾਂਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਹੁਤੀ ਉਮਰ ਤੇ ਨਹੀਂ ਹੈ। ਆਪਣੇ ਪੋਤਰੇ ਨੂੰ ਗੱਦੀ ਬਖਸ਼ਿਸ਼ ਕੀਤੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਜੀ, ਤੇ ਗੱਦੀ ਬਖਸ਼ਿਸ਼ ਕਰਕੇ ਨਾ ਮਹਾਰਾਜ ਸੱਚੇ ਪਾਤਸ਼ਾਹ ਇੱਕ ਕੋਠਾ ਸਾਹਿਬ 'ਚ ਚਲੇ ਗਏ ਜੀ, ਕੀਰਤਪੁਰ ਸਾਹਿਬ ਜੀ। ਮਹਾਰਾਜ ਕਹਿ ਰਹੇ ਸਨ ਵੀ ਇਹ ਹੁਣ ਮੇਲੇ ਆਪਣੇ ਸਰੀਰ ਦੇ ਅਖੀਰੀ ਨੇ, ਇਹਦੇ ਤੋਂ ਬਾਅਦ ਇਸ ਤਰ੍ਹਾਂ ਮੇਲੇ ਨਹੀਂ ਹੋਣਗੇ। ਅੱਜ ਤੋਂ ਬਾਅਦ ਸ਼ਬਦ ਸੁਰਤ ਦੇ ਮੇਲੇ ਹੋਣਗੇ। ਜਿਹਨੇ ਸਾਡੇ ਦਰਸ਼ਨ ਕਰਨੇ, ਗੁਰੂ ਹਰਿਰਾਏ ਸਾਹਿਬ ਜੀ ਤੋਂ ਸਾਡੇ ਦਰਸ਼ਨ ਕਰ ਲਵੇ ਜੀ। ਬਚਨ ਕਰ ਦਿੱਤਾ ਜੀ। ਆਪ ਸੱਚੇ ਪਾਤਸ਼ਾਹ ਗਰੀਬ ਨਵਾਜ਼ ਇੱਕ ਕੋਠਾ ਸਾਹਿਬ ਦੇ ਅੰਦਰ ਚਲੇ ਗਏ। ਅੱਜ ਉਹ ਕਮਰਾ ਤੇ ਭਾਵੇਂ ਸੁਭਾਏਮਾਨ ਨਹੀਂ ਹੈ। ਮਹਾਰਾਜ ਕਹਿਣ ਲੱਗੇ ਸੀ 7ਵੇਂ ਦਿਨ ਹਰਿਰਾਏ ਜੀ ਆਉਣ ਸਵੇਰ ਸਮੇਂ ਤੇ ਇਹ ਕਮਰੇ ਦਾ ਦਰਵਾਜ਼ਾ ਖੋਲ੍ਹਣਾ, 7 ਦਿਨ ਨੇੜੇ ਕੋਈ ਨਾ ਆਵੇ। ਮਹਾਰਾਜ ਕਹਿਣ ਲੱਗੇ। ਮਹਾਰਾਜ ਇੰਨੇ ਦਿਨ ਕੋਠਾ ਸਾਹਿਬ ਦੇ ਅੰਦਰ ਰਹੇ ਹੈ, ਕੋਈ ਜਲ ਪਾਣੀ ਨਹੀਂ ਛਕਿਆ ਜੀ, ਕੋਈ ਪ੍ਰਸ਼ਾਦਾ ਨਹੀਂ ਛਕਿਆ। ਕੀ ਕਰਦੇ ਰਹੇ ਸੱਚੇ ਪਾਤਸ਼ਾਹ? ਇਹ ਤੇ ਗੁਰੂ ਹਰਗੋਬਿੰਦ ਸਾਹਿਬ ਮਾਲਕ ਆਪ ਹੀ ਜਾਣਦੇ ਨੇ ਜੀ, ਕੋਈ ਦੂਜਾ ਨਹੀਂ ਜਾਣਦਾ ਜੀ। ਦਿਨ ਪੂਰੇ ਹੋਏ। ਰਾਏ ਜੋਧ ਮਹਾਰਾਜ ਦਾ ਬੜਾ ਵੱਡਾ ਸਿੱਖ ਹੈ। ਰਾਏ ਜੋਧ ਨੇ ਸਤਿਗੁਰੂ ਨੂੰ ਬੇਨਤੀ ਕੀਤੀ, ਗੁਰੂ ਹਰਿਰਾਏ ਸਾਹਿਬ ਨੂੰ। ਗੁਰੂ ਤੇਗ ਬਹਾਦਰ ਸਾਹਿਬ, ਉਸ ਸਮੇਂ ਤੇਗ ਬਹਾਦਰ ਨੇ, ਗੁਰਤਾ ਗੱਦੀ ਦੀ ਪਦਵੀ ਨਹੀਂ ਸੀ ਪ੍ਰਾਪਤ ਹੋਈ। ਉਹਨਾਂ ਵੀ ਬੇਨਤੀ ਕੀਤੀ ਵੀ ਮਹਾਰਾਜ ਸਮਾਂ ਹੋ ਗਿਆ, ਅੱਜ ਚੱਲੋ। ਸੰਗਤਾਂ ਸਾਰੀਆਂ ਨੇ ਧਿਆਨ ਲਾਇਆ ਕੋਠਾ ਸਾਹਿਬ 'ਚ ਗੁਰੂ ਸਾਹਿਬ ਦਾ ਕੀ ਹਾਲ ਹੈ ਜੀ। ਕਹਿੰਦੇ ਉਸ ਦਿਨ ਆਕਾਸ਼ ਪਹਿਲਾਂ ਹੀ ਲਾਲ ਹੋ ਗਿਆ ਸੀਗਾ ਤੇ ਇੱਕ ਥੋੜ੍ਹੀ ਮੱਠੀ ਜਿਹੀ ਹਨੇਰੀ ਜਿਹੀ ਚੱਲੀ ਸੀਗੀ ਜੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਬਸਤਰ ਪਹਿਨ ਕੇ ਤਿਆਰ ਹੋਏ ਤੇ ਐਵੇਂ ਨਹੀਂ ਕੋਠੇ ਦਾ ਦਰਵਾਜ਼ਾ ਖੋਲ੍ਹਿਆ, ਉਸ ਕੋਠੇ ਦੇ ਦਰਵਾਜ਼ੇ ਦੇ ਬਾਹਰ ਬੈਠ ਕੇ ਸ੍ਰੀ ਜਪਜੀ ਸਾਹਿਬ ਦਾ ਗੁਰੂ ਹਰਿਰਾਏ ਸਾਹਿਬ ਨੇ ਆਪਣੇ ਮੁਖੋਂ ਬੋਲ ਕੇ ਪਾਠ ਕੀਤਾ ਜੀ। ਪਾਠ ਕੀਤਾ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਇਹ ਬਚਨ ਕਰਕੇ ਸਿਰ ਨਵਾਇਆ। ਅੰਦਰੋਂ ਕੀ ਆਵਾਜ਼ ਆਈ ਹੈ? ਅੰਦਰੋਂ ਕੁੰਡਾ ਖੁੱਲਣ ਦੀ ਆਵਾਜ਼ ਆ ਗਈ ਜੀ। ਕਵੀ ਰਾਜ ਲਿਖਦੇ, ਅੰਤਰ ਤੇ ਸ਼ੰਕਰ ਖੁੱਲ ਗਈ। ਪਹਿਲਾਂ ਚਗਾਠ ਨੂੰ ਲੱਗਾ ਹੁੰਦਾ ਸੀਗਾ ਜੀ ਕੁੰਡਾ, ਉਹ ਕੁੰਡਾ ਖੁੱਲਣ ਦੀ ਆਵਾਜ਼ ਆਈ ਜੀ ਅੰਦਰੋਂ ਜੀ। ਸਭ ਨੇ ਕਿਹਾ ਇਸ਼ਾਰਾ ਹੋ ਗਿਆ, ਗੁਰੂ ਹਰਿਰਾਏ ਸਾਹਿਬ ਆਪ ਅੰਦਰ ਚੱਲੋ। ਜਦੋਂ ਗੁਰੂ ਹਰਿਰਾਏ ਸਾਹਿਬ ਦਰਵਾਜ਼ਾ ਖੋਲ੍ਹ ਕੇ ਅੰਦਰ ਗਏ ਹੈ, ਉਹਨਾਂ ਕੀ ਵੇਖਿਆ? ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ, 7.5 ਫੁੱਟ ਉੱਚਾ, ਜਿਨ੍ਹਾਂ ਦਾ ਕੱਦ ਲਿਖਿਆ ਹੋਇਆ ਹੈ ਜੀ। ਮਹਾਰਾਜ ਪਦਮ ਆਸਣ ਦੇ ਵਿੱਚ ਬੈਠੇ ਹੋਏ ਨੇ ਜੀ। ਅਜੇ ਜਵਾਨੀ ਦੀ ਉਮਰ ਹੈ। ਪਦਮ ਆਸਣ ਕੀ ਹੁੰਦਾ ਹੈ? ਚੌਂਕੜਾ ਮਾਰਨਾ, ਚਰਨਾਂ ਦੀਆਂ ਦੋਵਾਂ ਤਲੀਆਂ ਨੂੰ ਉੱਪਰ ਰੱਖਣਾ ਜੀ। ਮਹਾਰਾਜ ਪਦਮ ਆਸਣ 'ਚ ਬੈਠੇ ਹੋਏ ਹੈ, ਚਿਹਰਾ ਖਿੜਿਆ ਹੋਇਆ ਹੈ, ਰੰਗ ਲਾਲ ਹੋਇਆ ਪਿਆ। ਗੁਰੂ ਹਰਿਰਾਏ ਸਾਹਿਬ ਮੱਥਾ ਟੇਕਦੇ ਆ। ਜਦੋਂ ਸਰੀਰ ਦੇ ਲਾਗੇ ਗਏ, ਸਵਾਸ ਚੈੱਕ ਕੀਤੇ ਆ, ਕੀ ਵੇਖਦੇ ਆ? ਮਾਲਕ ਗੁਰੂ ਹਰਗੋਬਿੰਦ ਸਾਹਿਬ ਸਰੀਰ ਛੱਡ ਚੁੱਕੇ ਨੇ ਜੀ। ਉਸੇ ਵੇਲੇ ਬਾਹਰ ਆ ਕੇ ਦੱਸਿਆ, ਸਿੱਖੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਰੀਰ ਤਿਆਗ ਗਏ ਹਨ ਜੀ। ਬਹੁਤ ਬੈਰਾਗ ਕੀਤਾ ਸੀ ਸਿੱਖਾਂ ਨੇ। ਹਾਂਜੀ, ਕਹਿੰਦੇ ਮਹਾਰਾਜ ਐ ਸਮਾਧੀ ਲੱਗੀ, ਇਹਦਾ ਮਤਲਬ ਚੌਂਕੜੇ ਵਿੱਚ ਮਹਾਰਾਜ ਨੇ ਸਰੀਰ ਤਿਆਗਿਆ, ਔਰ ਸਰੀਰ ਦਾ ਚੌਂਕੜਾ ਵੱਜਿਆ ਹੀ ਹੋਇਆ ਹੈ ਜੀ।
ਜਿਹੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜੇ ਵੱਡੇ ਬਲੀ ਨੇ। ਪੈਂਦੇ ਖਾਂ ਦੋ ਝੋਟੇ ਲੜਦੇ ਸੀ, ਪਰਾਂ ਕਰ ਲੈਂਦਾ ਸੀਗਾ ਜੀ। ਸਿੱਕੇ ਨੂੰ ਫੜਦਾ ਸੀ, ਉੱਤੋਂ ਨਿਸ਼ਾਨ ਮਿਟਾ ਦਿੰਦਾ ਸੀ। ਉਹ ਵੀ ਗੁਰੂ ਹਰਗੋਬਿੰਦ ਸਾਹਿਬ ਨਾਲ ਜਦੋਂ ਪੰਜਾ ਲੜਾਉਂਦਾ ਸੀ, ਉਹ ਹਾਰ ਜਾਂਦਾ ਸੀਗਾ ਜੀ। ਏਡੇ ਵੱਡੇ ਬਲ ਵਾਲੇ ਸੱਚੇ ਪਾਤਸ਼ਾਹ ਪਦਮ ਆਸਣ ਦੇ ਵਿੱਚ ਬੈਠੇ ਹੈ, ਸਰੀਰ 'ਤੇ ਸਵਾਸ ਨਹੀਂ ਹੈ। ਉੱਥੇ ਫਿਰ ਬਿਬਾਨ ਤਿਆਰ ਕੀਤਾ। ਬਿਬਾਨ ਵਿੱਚ ਮੇਰੇ ਸਤਿਗੁਰੂ ਜੀ ਦਾ ਸਰੀਰ ਸਜਾਇਆ, ਚੌਰ ਸਾਹਿਬ ਹੋ ਰਹੀ ਹੈ। ਮਹਾਰਾਜ ਜੀ ਦਾ ਸਰੀਰ ਸ੍ਰੀ ਪਤਾਲਪੁਰੀ ਸਾਹਿਬ ਲੈ ਕੇ ਗਏ ਹੈ, ਉੱਥੇ ਜਾ ਕੇ ਸੰਸਕਾਰ ਕੀਤਾ ਹੈ ਜੀ। ਬੜੇ ਪਰਉਪਕਾਰ ਕੀਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੀ। ਬੜਿਆਂ ਤੇ ਬਖਸ਼ਿਸ਼ਾਂ ਕੀਤੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੀ। ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰਉਪਕਾਰੀ। ਦਲ ਭੰਜਨ ਵੀ ਨੇ, ਕੋਮਲ ਮਨ ਦੇ ਮਾਲਕ ਵੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਸੱਚੇ ਪਾਤਸ਼ਾਹ ਤੁਰੇ ਜਾ ਰਹੇ ਬਾਰਾਮੂਲਾ ਦੀ ਧਰਤੀ ਤੇ ਕਸ਼ਮੀਰ ਲਾਗੇ ਜੀ। ਇਨਸਾਨੀ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਹੈ। ਸਤਿਗੁਰੂ ਲੰਘ ਰਹੇ ਨੇ, ਇੱਕ ਬੰਨੇ ਢੇਰ ਜਾ ਲੱਗਾ ਸੀ ਮਿੱਟੀ ਦਾ, ਰੂੜੀ ਦਾ। ਮਹਾਰਾਜ ਨੇ ਘੋੜਾ ਖਿਲਾਰ ਲਿਆ। ਕੋਮਲ ਮਨ ਹੈ ਨਾ। ਮਹਾਰਾਜ ਕਹਿਣ ਲੱਗੇ, ਸਿੱਖਾ ਕੋਈ ਇਨਸਾਨ ਦਾ ਬੱਚਾ ਰੋ ਰਿਹਾ, ਕਿਸੇ ਜਾਨਵਰ ਦੇ ਬੱਚੇ ਦੇ ਰੋਣ ਦੀ ਆਵਾਜ਼ ਨਹੀਂ ਹੈ। ਵੇਖ ਖਾਂ ਕੌਣ ਹੈ। ਸੰਗਤ ਜੀ ਉਹਨੇ ਜਦੋਂ ਵੇਖਿਆ, ਸਿੱਖ ਨੇ, ਕਹਿੰਦਾ ਮਹਾਰਾਜ ਹੈ ਤੇ ਇਨਸਾਨੀ ਬੱਚਾ, ਪਰ ਹੈ ਕੁਥਰਾ। ਕਿਉਂ? ਜੰਮਦੇ ਦੇ ਦੋ ਦੰਦ ਬਾਹਰ ਨੇ ਮਹਾਰਾਜ। ਆਖੋ ਮਹਾਰਾਜ ਕੁਥਰਾ ਹੈ। ਮਹਾਰਾਜ ਕਹਿੰਦੇ ਲੈ ਕੇ ਆਓ। ਬੱਚੇ ਸੁੱਟ ਗਏ ਸੀ ਉਹਨੂੰ ਵੇਖ ਕੇ ਵੀ ਇਹ ਤੇ ਦੈਂਤ ਜਿਹਾ ਹੀ ਲੱਗਦਾ। ਕਹਿਣ ਲੱਗਾ ਮਹਾਰਾਜ ਆ ਵੇਖੋ। ਮਹਾਰਾਜ ਨੇ ਵੇਖਿਆ, ਉਸ ਬੱਚੇ ਦੇ ਉੱਤੇ ਦ੍ਰਿਸ਼ਟੀ ਪਾਈ। ਦ੍ਰਿਸ਼ਟੀ ਪਾ ਕੇ ਕਹਿਣ ਲੱਗੇ ਇਹਨੂੰ ਕੁਥਰਾ ਨਹੀਂ ਕਹਿਣਾ, ਅੱਜ ਤੋਂ ਗੁਰੂ ਘਰ ਦਾ ਸੁਥਰਾ ਹੋਏਗਾ। ਕਹਿਣ ਲੱਗੇ ਉਹਦਾ ਨਾਮ ਪ੍ਰਚਲਿਤ ਕੀਤਾ ਜੀ ਫਿਰ ਜੀ, ਭਾਈ ਸੁਥਰਾ ਜੀ। ਬੜੇ ਕੋਮਲ ਮਨ ਦੇ ਮਾਲਕ ਸੱਚੇ ਪਾਤਸ਼ਾਹ। ਬੜਿਆਂ ਤੇ ਬਖਸ਼ਿਸ਼ਾਂ ਕੀਤੀਆਂ। ਪਿਆਰ ਨਾਲ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਜਿੱਥੇ ਕੋਈ ਯਾਦ ਕਰਦਾ ਸੀ ਗੁਰੂ ਹਰਗੋਬਿੰਦ ਸਾਹਿਬ, ਉੱਥੇ ਹੀ ਜਾ ਕੇ ਉਹਨੂੰ ਦਰਸ਼ਨ ਦਿੰਦੇ ਹੁੰਦੇ ਸੀਗੇ ਜੀ। ਉਹ ਸਤਿਗੁਰੂ ਜੀ ਦਾ ਅੱਜ ਸਾਧ ਸੰਗਤ ਜੀ ਜੋਤੀ ਜੋਤ ਪੁਰਬ ਹੈ। ਮਹਾਰਾਜ ਮਿਹਰ ਕਰਨ, ਕਿਰਪਾ ਕਰਨ, ਸਾਡੀ ਗੁਰਾਂ ਉੱਤੇ ਪੂਰੀ ਸ਼ਰਧਾ ਬਣੇ, ਪੂਰਾ ਭਰੋਸਾ ਬਣੇ। ਮੇਰੇ ਦਾਤਾ ਜੀ ਸਾਡੇ ਤੇ ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ। 2-4 ਮਿੰਟ ਰਹਿ ਗਏ ਹੈ। ਆਓ ਸਾਰੇ ਗੁਰਮੰਤਰ ਦਾ ਜਾਪ ਕਰਕੇ ਖਿਮਾ ਮੰਗੀਏ। ਕੋਸ਼ਿਸ਼ ਕਰਿਓ ਸਾਧ ਸੰਗਤ ਜੀ, ਇਹ 2-4 ਮਿੰਟ ਸਰੀਰ ਨਾ ਹਿਲਾਈਏ ਆਪਣਾ ਜੀ। ਜਿਹੜਾ ਜਿਸ ਮੁਦਰਾ 'ਚ ਬਹਿ ਸਕਦਾ ਉਸੇ ਮੁਦਰਾ 'ਚ, ਭਾਵ ਆਸਣ 'ਚ ਬਹਿ ਜਾਓ। ਤੇ ਕੋਸ਼ਿਸ਼ ਕਰੋ ਢੋਹ ਵੀ ਨਾ ਲੱਗੇ ਕੰਧ ਨਾਲੋਂ ਜੀ। ਸਰੀਰ ਨਾ ਹਿਲਾਈਏ ਜੀ। ਬਿਲਕੁਲ ਸਹਿਜੇ ਸਹਿਜੇ ਪ੍ਰੇਮ ਨਾਲ ਗੁਰਮੰਤਰ ਦਾ ਜਾਪ ਕਰ ਲਓ। ਐ ਮੂੰਹ ਬੋਲੇ, ਮਨ ਸੁਣੇ ਸਾਡਾ ਜੀ। ਵਾਹਿਗੁਰੂ ਵਾਹਿਗੁਰੂ। ਪ੍ਰੇਮ ਨਾਲ ਗੱਜ ਕੇ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ। ਭਾਈ ਪੁਰੀਆ ਜੀ ਭਾਈ ਚੂਹੜ ਜੀ ਦੋਵਾਂ ਨੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਪ੍ਰਣ ਕੀਤਾ। ਸੰਗਤ ਜੀ ਉਹਨਾਂ ਨੇ ਆਪਣਾ ਜੀਵਨ ਸਫਲਾ ਕਰ ਲਿਆ, ਸ਼ੁਭ ਗਤੀ ਨੂੰ ਉਹ ਪ੍ਰਾਪਤ ਹੋਏ। ਇਹ ਗੁਰੂ ਜੀ ਦੇ ਦਰਸ਼ਨਾਂ ਦਾ, ਗੁਰੂ ਜੀ ਦੀ ਸੰਗਤ ਦਾ ਲਾਭ ਹੈ, ਫਲ ਦੇਸ਼ ਹੈ। ਮਹਾਰਾਜ ਜੀ ਮਿਹਰਾਂ ਕਰਨ, ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ। ਗੱਜ ਕੇ ਫਤਿਹ ਬੁਲਾਓ ਜੀ। ਕੱਲ ਵੀ ਇੱਕ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕੀਤੀ ਸੀ।